ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਦੋਸਤੋ 20 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਵੱਖ-ਵੱਖ ਸਿਆਸੀ ਪਾਰਟੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਵੀ ਕਿਹੜੇ ਤਰੀਕੇ ਨਾਲ ਆਪਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਖਾਤੇ ਵਿੱਚ ਭੁਗਤਾ ਲਈਏ। ਸੋ ਉਹਦੇ ਵਾਸਤੇ ਉਹ ਵੱਖ-ਵੱਖ ਢੰਗ ਤਰੀਕੇ ਅਪਣਾਉਂਦੇ ਨੇ। ਖਾਸ ਕਰਕੇ ਉਹਨਾਂ ਨੂੰ ਜਿਹੜੇ ਢੰਗ ਤਰੀਕੇ ਅਪਣਾਉਣ ਦੀ ਬਹੁਤੀ ਜ਼ਿਆਦਾ ਵੈਸੇ ਲੋੜ ਨਹੀਂ ਪੈਂਦੀ ਹੈਗੀ। ਸਭ ਤੋਂ ਜ਼ਿਆਦਾ ਜ਼ਰੂਰਤ ਉਹਨਾਂ ਨੂੰ ਇਹੀ ਪੈਂਦੀ ਹੈ ਕਿ ਆਪਾਂ ਆਪਣੀ ਜ਼ੁਬਾਨ ਦੇ ਵਿੱਚੋਂ ਅਲਫਾਜ਼ ਕਿੱਦਾਂ ਦੇ ਕੱਢਣੇ ਆ, ਆਪਾਂ ਲਾਰੇ ਕਿੱਦਾਂ ਦੇ ਲਾਉਣੇ ਆ। ਆਪਾਂ ਜਿਹੜੀਆਂ ਦੂਜੀਆਂ ਧਿਰਾਂ ਪਹਿਲਾਂ ਰਾਜ ਕਰ ਚੁੱਕੀਆਂ ਨੇ ਜਾਂ ਕਰ ਰਹੀਆਂ ਨੇ, ਆਪਾਂ ਇੱਕ ਦੂਜੇ ਦੇ ਖਿਲਾਫ ਭੰਡੀ ਪ੍ਰਚਾਰ ਕਿਸ ਤਰੀਕੇ ਦੇ ਨਾਲ ਕਰਨਾ ਹੈਗਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਲੱਗਣ ਲੱਗ ਪਵੇ ਵੀ ਜਿਨ੍ਹਾਂ ਦੇ ਬਾਰੇ ਇਹ ਗੱਲ ਕਰਦੇ ਆ ਨਾ ਉਹਨਾਂ ਨੇ ਸਾਡਾ ਜ਼ਿਆਦਾ ਨੁਕਸਾਨ ਕੀਤਾ ਤੇ ਇਹ ਜਿਹੜਾ ਬੰਦਾ ਗੱਲ ਕਰ ਰਿਹਾ ਨਾ, ਜਿਹੜੀ ਧਿਰ, ਜਿਹੜੀ ਪਾਰਟੀ, ਜਿਹੜਾ ਆਗੂ, ਇਹ ਸਾਡਾ ਹਮੈਤੀ ਆ। ਬਸ ਉਹਨਾਂ ਨੂੰ ਇਹ ਲੱਗਣ ਲੱਗ ਪਵੇ। ਉਹਨਾਂ ਨੂੰ ਪਤਾ ਹੈਗਾ ਕਿ ਲੋਕਾਂ ਨੇ ਬਸ ਇਹਨਾਂ ਗੱਲਾਂ ਦੇ ਵਿੱਚ ਹੀ ਆ ਜਾਣਾ ਹੈਗਾ। ਹੁਣ ਆਮ ਜਿਹੜੇ ਲੋਕ ਹੈਗੇ ਨੇ, ਦੋ ਤਿੰਨ ਤਰ੍ਹਾਂ ਦੇ ਲੋਕ ਹੈਗੇ ਆ। ਇੱਕ ਤਾਂ ਉਹ ਲੋਕ ਹੈਗੇ ਆ ਜਿਹੜੇ ਵੋਟ ਪਾਉਂਦੇ ਆ ਜਾਂ ਸਪੋਰਟ ਕਰਦੇ ਆ। ਇੱਕ ਤਾਂ ਉਹ ਲੋਕ ਹੈਗੇ ਆ ਜਿਹੜੇ ਜਜ਼ਬਾਤੀ ਹੋ ਕੇ ਜੁੜੇ ਹੁੰਦੇ ਆ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਹੈਗੀ ਵੀ ਕੀ ਚੰਗਾ ਆ ਤੇ ਕੀ ਮਾੜਾ ਆ। ਉਹ ਸਿਰਫ ਕਹਿੰਦੇ ਮੈਂ ਸੁਣਿਆ, ਲੈ ਵੀ ਭਾਸ਼ਣ ਸੁਣਿਆ, ਸਵਾਦ ਆ ਗਿਆ, ਮੈਂ ਫਲਾਣੇ ਲੀਡਰ ਦਾ ਭਾਸ਼ਣ ਸੁਣਿਆ, ਉਹ ਕਮੇਡੀਅਨ ਟਾਈਪ ਹੈਗਾ, ਲੈ ਵੀ ਉਹਨੇ ਤਾਂ ਹਾਸੇ ਦੇ ਵਿੱਚ ਨਾ ਇਹ ਨਜ਼ਾਰਾ ਹੀ ਲਿਆਤਾ, ਜਿੱਦਾਂ ਕਹਿ ਲਓ ਇੱਦਾਂ। ਉਹ ਬੜੇ ਪ੍ਰਭਾਵਿਤ ਜਿਹੇ ਹੋ ਜਾਂਦੇ ਆ, ਬੜੇ ਜਜ਼ਬਾਤੀ ਜਿਹੇ ਲੋਕ ਹੁੰਦੇ ਆ। ਫਿਰ ਕਿਸੇ ਹੋਰ ਧਿਰ ਨੇ, ਕਿਸੇ ਹੋਰ ਲੀਡਰ ਨੇ, ਕਿਸੇ ਹੋਰ ਸਿਆਸੀ ਪਾਰਟੀ ਬਾਰੇ ਆਹ ਗੱਲ ਕਰ ਦਿੱਤੀ, ਇਸ ਪਾਰਟੀ ਨੇ ਤਾਂ ਪੰਜਾਬ ਦੇ ਲੋਕੋ ਤੁਹਾਡਾ ਬੜਾ ਜ਼ਿਆਦਾ ਘਾਣ ਕੀਤਾ, ਤੁਹਾਡੀ ਨਸਲਕੁਸ਼ੀ ਕੀਤੀ ਆ, ਤੁਹਾਡਾ ਕਤਲੇਆਮ ਕੀਤਾ, ਇਹਨਾਂ ਨੇ ਕਦੀ ਸੌਰੀ ਵੀ ਨਹੀਂ ਫੀਲ ਕੀਤਾ, ਇਹਨਾਂ ਨੇ ਤੇ ਆਹ ਕਰਤਾ, ਉਹ ਕਰਤਾ। ਕਹਿੰਦੇ ਲੈ ਵੀ ਆਹ ਬੰਦਾ ਜਿਹੜੀ ਗੱਲ ਕਰਦਾ ਪਿਆ ਨਾ, ਬਿਲਕੁਲ ਸੱਚੀ ਗੱਲ ਆ, ਇੱਦਾਂ ਹੀ ਤਾਂ ਹੋਈ ਹੈ। ਹੁਣ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਜਿਹੜਾ ਬੰਦਾ ਬੋਲਦਾ ਪਿਆ ਨਾ, ਇਹ ਵੀ ਉਨਾ ਹੀ ਜ਼ਿਆਦਾ ਭਾਈਵਾਲ ਸੀਗਾ, ਇਹ ਵੀ ਉਨਾ ਹੀ ਜ਼ਿਆਦਾ ਭਾਈਵਾਲ ਸੀਗਾ। ਸੋ ਇੱਦਾਂ ਉਹਨਾਂ ਨੂੰ ਪਤਾ ਹੈਗਾ ਕਿ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਆਪਣੇ ਖਾਤੇ ਵਿੱਚ ਭੁਗਤਾ ਲੈਣਾ ਹੈਗਾ। ਇੱਕ ਉਹ ਲੋਕ ਨੇ, ਇੱਕ ਉਹ ਲੋਕ ਹੈਗੇ ਆ ਜਿਹੜੇ ਕਹਿੰਦੇ ਕਿ ਸਾਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਕੌਣ ਚੰਗਾ ਤੇ ਕੌਣ ਮਾੜਾ ਹੈਗਾ, ਸਾਨੂੰ ਸਿਰਫ ਆਪਣਾ ਫਾਇਦਾ ਦੇਖਣਾ ਆ ਵੀ ਸਾਡਾ ਫਾਇਦਾ ਕਿਹੜੀ ਗੱਲ ਵਿੱਚ ਹੈਗਾ, ਸਾਡਾ ਕਾਰੋਬਾਰ ਕਿੱਦਾਂ ਵੱਧਦਾ ਫੁੱਲਦਾ ਤੇ ਸਾਡੇ ਬੱਚੇ ਆ ਜਾਂ ਅਸੀਂ ਆਪ, ਸਾਨੂੰ ਕਿੱਦਾਂ ਕੋਈ ਰੇਤੇ ਦੀ ਖੱਡ ਮਿਲ ਸਕਦੀ ਆ, ਸਾਨੂੰ ਕਿੱਦਾਂ ਕੋਈ ਰੁਜ਼ਗਾਰ ਮਿਲ ਸਕਦਾ ਆ। ਅਸੀਂ ਬਸ ਇਹ ਚਾਹੁੰਦੇ ਆ, ਬਸ ਸਾਡੀ ਲਗਜ਼ਰੀ ਲਾਈਫ ਹੋਣੀ ਚਾਹੀਦੀ ਹੈ, ਬਸ ਸਾਨੂੰ ਇਹ ਤੋਂ ਜ਼ਿਆਦਾ ਹੋਰ ਕੁਝ ਨਹੀਂ ਲੈਣਾ। ਪਹਿਲੇ ਜਿਹੜੇ ਸੀਗੇ ਉਹਨਾਂ ਨੇ ਵੀ ਸਾਨੂੰ ਕੱਖ ਨਹੀਂ ਦਿੱਤਾ, ਅਸੀਂ ਜੇ ਹੈਗੇ ਆ ਸਾਨੂੰ ਇਹਨਾਂ ਨੇ ਵੀ ਕੱਖ ਨਹੀਂ ਦੇਣਾ, ਅਸੀਂ ਸਿਰਫ ਆਪਣਾ ਫਾਇਦਾ ਵੇਖਣਾ, ਸਾਡਾ ਫਾਇਦਾ ਕੋਈ ਵੀ ਕਰ ਦੇਵੇ, ਬਸ। ਇੱਕ ਉਹ ਲੋਕ ਹੈਗੇ ਨੇ। ਫਿਰ ਇੱਕ ਕੈਟਾਗਰੀ ਉਹਨਾਂ ਲੋਕਾਂ ਦੀ ਹੈ ਜਿਹੜੇ ਕਹਿੰਦੇ ਕਿ ਰੋਟੀ ਤਾਂ ਆਪ ਹੀ ਕਮਾ ਕੇ ਖਾਣੀ ਆ, ਅਸੀਂ ਕਿਹਦੇ ਖਾਤੇ 'ਚ ਭੁਗਤਣਾ, ਜਿਹੜਾ ਮਰਜ਼ੀ ਆ ਜਾਵੇ, ਸਾਰੇ ਇੱਦਾਂ ਦੇ ਹੈਗੇ ਆ। ਇੱਕ ਉਹ ਲੋਕ ਨੇ। ਫਿਰ ਉਹ ਕਹਿੰਦੇ ਕਿ ਚਲੋ ਸਾਨੂੰ 400-500 ਦਿਹਾੜੀ ਮਿਲ ਗਈ, ਫਲਾਨੀ ਪਾਰਟੀ ਦੇ ਬੰਦਿਆਂ ਨੇ ਸਾਨੂੰ ਕਿਹਾ ਸੀਗਾ ਜੀ ਤੁਸੀਂ ਟਰਾਲੀ ਭਰ ਕੇ ਜਾਣਾ ਹੈਗਾ, ਟਰੱਕ ਭਰ ਕੇ ਜਾਣਾ, ਬੱਸ ਜਾਣੀ ਆ ਜੀ ਫਲਾਨੀ ਜਗ੍ਹਾ ਨੂੰ ਰੈਲੀ ਤੇ ਤੁਹਾਨੂੰ ਦਿਹਾੜੀ ਮਿਲ ਜਾਣੀ ਆ। ਫਿਰ ਕਈ ਕਹਿੰਦੇ ਚਲੋ ਸਾਨੂੰ ਪੀਣ ਵਾਸਤੇ ਦਾਰੂ ਦੀ ਬੋਤਲ ਮਿਲ ਗਈ, ਅਸੀਂ ਦੋਵਾਂ ਨੇ ਵੰਡ ਲੈਣੀ ਆ, ਜਾਂ ਇਕੱਲੇ ਨੂੰ ਵੀ ਮਿਲ ਜਾਂਦੀ ਹੋਊਗੀ ਕਈ ਵਾਰੀ। ਸੋ ਇੱਕ ਉਹ ਲੋਕ ਹੈਗੇ ਆ। ਇਹ ਮੈਂ ਗੱਲ ਕਰਕੇ ਹਟਿਆ ਉਹਨਾਂ ਆਮ ਲੋਕਾਂ ਦੀ ਜਿਹੜੀ ਕਿ ਬੜੀ ਵੱਡੀ ਇੱਕ ਤਰਾਸਦੀ ਹੈ। ਪੰਜਾਬ ਦੇ ਲੋਕਾਂ ਦੇ ਨਾਲ ਇਦਾਂ ਨਹੀਂ ਸੀ ਹੋਣਾ ਚਾਹੀਦਾ, ਪੰਜਾਬ ਦੇ ਲੋਕ ਇਦਾਂ ਦੇ ਨਹੀਂ ਸੀ ਹੋਣੇ ਚਾਹੀਦੇ ਜਿੱਦਾਂ ਦੀਆਂ ਮੈਂ ਗੱਲਾਂ ਕਰਕੇ ਹਟਿਆ। ਇਹ ਤਿੰਨ ਕੈਟਾਗਰੀਆਂ ਨੇ, ਇਦੋਂ ਜ਼ਿਆਦਾ ਵੀ ਹੈਗੀਆਂ ਨੇ, ਇਦੋਂ ਜ਼ਿਆਦਾ ਵੀ ਹੋ ਸਕਦੀਆਂ ਨੇ। ਤੁਹਾਡੇ ਜ਼ਿਹਨ ਵਿੱਚ ਵੀ ਹੋਣਗੀਆਂ ਵੀ ਇੱਕ ਇੱਦਾਂ ਦੀ ਕੈਟਾਗਰੀ ਦੇ ਬੰਦੇ ਵੀ ਹੈਗੇ ਆ, ਇੱਦਾਂ ਦੀ ਕੈਟਾਗਰੀ ਦੇ ਬੰਦੇ ਵੀ ਹੈਗੇ ਆ। ਉਹਨਾਂ ਨੂੰ ਇਹ ਤੋਂ ਜ਼ਿਆਦਾ ਹੋਰ ਕੁਝ ਨਹੀਂ ਸੋਚਣਾ ਹੈਗਾ। ਪਰ ਇਹ ਨਹੀਂ ਸੀ ਹੋਣਾ ਚਾਹੀਦਾ, ਇੰਜ ਨਹੀਂ ਹੋਣਾ ਚਾਹੀਦਾ। ਬਹੁਤ ਦਿਲ ਦੁਖਦਾ ਹੈਗਾ ਜਦੋਂ ਪੰਜਾਬ ਦੇ ਲੋਕ ਇੱਦਾਂ ਸੋਚਦੇ ਆ ਭਈ ਇਹ ਸੋਚ ਕੇ ਅਸੀਂ ਉਹਨਾਂ ਦੇ ਖਾਤੇ 'ਚ ਭੁਗਤ ਜਾਣਾ ਹੈਗਾ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਖਾਲਸਾ ਪੰਥ ਦੀ। ਪੰਜਾਬ ਦੀ ਧਰਤੀ, ਪੰਜਾਬ ਦੇ ਲੋਕ ਕੋਈ ਆਮ ਲੋਕ ਨਹੀਂ ਹੈਗੇ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਹੁਣ ਗੁਰਾਂ ਦੇ ਨਾਂ ਦੇ ਉੱਪਰ ਵਸਣ ਵਾਲਾ ਪੰਜਾਬ ਤੇ ਉਸ ਧਰਤੀ ਦੇ ਉੱਪਰ ਵਸਣ ਵਾਲਾ ਖਾਲਸਾ ਪੰਥ, ਉਹ ਇੱਕ ਵੱਖਰੀ ਤਰ੍ਹਾਂ ਦਾ ਹੈਗਾ। ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਸਾਜਿਆ ਵੱਖਰੀ ਅਤੇ ਅੱਡਰੀ, ਇੱਕ ਨਿਆਰੀ ਹੋਂਦ ਹਸਤੀ। ਖਾਲਸੇ ਨੂੰ ਪਾਤਸ਼ਾਹ ਜੀ ਨੇ ਰੋਹ ਰੀਤਾਂ ਬਖਸ਼ੀਆਂ, ਇੱਕ ਨਿਆਰਾਪਨ ਬਖਸ਼ਿਆ। ਔਰ ਰੋਹ ਰੀਤਾਂ ਜਿਹੜੀਆਂ ਕਿ ਕਿਸੇ ਦੇ ਨਾਲ ਵੀ ਮੇਲ ਨਹੀਂ ਖਾਂਦੀਆਂ। ਇੱਕ ਅਕਾਲ ਦਾ ਪੁਜਾਰੀ ਬਣਾਇਆ ਸੀਗਾ ਗੁਰੂ ਪਾਤਸ਼ਾਹ ਜੀ ਨੇ। ਸਾਹਿਬਾਂ ਨੇ ਦਿੱਲੀ ਤਖਤ ਦੇ ਸਾਹਮਣੇ ਬਰਾਬਰ ਜਿਹੜੇ ਆ ਦੁਨਿਆਵੀ ਤਖਤ, ਉਹਨਾਂ ਦੁਨਿਆਵੀ ਤਖਤ ਦੇ ਮੁਕਾਬਲੇ ਸਾਹਮਣੇ ਇੱਕ ਤਖਤ ਅਕਾਲ ਗੁਰੂ ਸਾਹਿਬ ਜੀ ਨੇ ਸਿਰਜ ਕੇ ਦਿੱਤਾ। ਸਿੱਖਾਂ ਨੂੰ ਖਾਲਸਾ ਪੰਥ ਦੀ ਝੋਲੀ 'ਚ ਪਾਤਾ ਭਈ ਉੱਥੋਂ ਰਾਜਨੀਤਿਕ ਫੈਸਲੇ ਹੋਇਆ ਕਰਨਗੇ। ਦਰਬਾਰ ਸਾਹਿਬ ਤੋਂ ਤੁਸੀਂ ਰੂਹਾਨੀਅਤ ਲੈਣੀ ਹੈ, ਔਰ ਜਿਹੜਾ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਤਖਤ ਅਕਾਲ ਆ, ਉੱਥੋਂ ਤੁਸੀਂ ਰਾਜਨੀਤੀ ਚੱਲਣੀ ਆ। ਪਾਤਸ਼ਾਹ ਜੀ ਚਲਾਉਂਦੇ ਰਹੇ ਨੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ। ਆਪਾਂ ਸਾਰੇ ਸਮਝਦੇ, ਆਪਾਂ ਸਾਰੇ ਜਾਣਦੇ ਆ, ਇਤਿਹਾਸ ਸਾਨੂੰ ਪੜ੍ਹਨਾ ਚਾਹੀਦਾ। ਹੁਣ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਉਹ ਇਹ ਹੈ ਕਿ ਜਿਹੜੇ ਖਾਸ ਲੋਕ ਹੈਗੇ ਨੇ, ਮੈਂ ਆਮ ਲੋਕਾਂ ਦੀ ਪਹਿਲਾਂ ਗੱਲ ਕਰਕੇ ਹਟਿਆ। ਹੁਣ ਜਿਹੜੇ ਖਾਸ ਲੋਕ ਨੇ, ਖਾਲਸਾ ਪੰਥ ਦੀ ਮੈਂ ਗੱਲ ਕਰਦਾ, ਗੁਰੂ ਪਿਆਰੇ ਸਿੰਘਾਂ ਦੀ ਗੱਲ ਕਰਦਾ ਮੈਂ, ਉਹ ਖਾਸ ਨੇ, ਉਹ ਆਮ ਨਹੀਂ ਹੈਗੇ, ਉਹ ਖਾਸ ਨੇ। ਉਹ ਹੁਣ ਖਾਸ ਲੋਕਾਂ ਦੇ ਹਾਲਾਤ ਕਿੱਦਾਂ ਦੇ ਨੇ ਪੰਜਾਬ ਦੇ ਵਿੱਚ? ਤਖਤ ਅਕਾਲ ਦੇ ਉੱਪਰ ਜਿਹੜੀਆਂ ਕਾਬਜ਼ ਧਿਰਾਂ ਨੇ ਉਹ ਕੀ ਕਰ ਰਹੀਆਂ ਨੇ?
ਉਹ ਆਪਣੇ ਖਾਸ ਲੋਕਾਂ ਨੂੰ ਕਿੱਧਰਲੇ ਬੰਨੇ ਨੂੰ ਲੈ ਕੇ ਜਾ ਰਹੀਆਂ ਨੇ, ਇਹਦੇ ਬਾਰੇ ਚਰਚਾ ਕਰਨੀ ਬੜੀ ਜ਼ਿਆਦਾ ਜ਼ਰੂਰੀ ਹੈ। ਸੰਖੇਪ ਜਿਹਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਬੀਤੀ ਕੱਲ ਤੁਸੀਂ ਦੇਖਿਆ ਕਿ ਅਮਿਤ ਸ਼ਾਹ ਜਿਹੜੇ ਕਿ ਭਾਰਤ ਦੇ ਗ੍ਰਹਿ ਮੰਤਰੀ ਨੇ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਪੰਜਾਬ ਦੇ ਦੌਰੇ ਤੇ ਆਉਂਦੇ ਆ, ਲੁਧਿਆਣੇ ਵੀ ਜਾਂਦੇ ਆ, ਪਟਿਆਲੇ ਵੀ ਜਾਂਦੇ ਆ, ਉੱਥੇ ਆਮ ਲੋਕਾਂ ਨੂੰ ਸੰਬੋਧਨ ਕਰਦੇ ਆ। ਉੱਥੇ ਇਹ ਗੱਲ ਕਹਿੰਦੇ ਆ ਕਿ ਅਸੀਂ ਨਸ਼ਿਆਂ ਨੂੰ ਠੱਲ ਪਾ ਦਾਂਗੇ, ਅਸੀਂ ਡਬਲ ਇੰਜਨ ਵਾਲੀ ਸਰਕਾਰ ਬਣਾਵਾਂਗੇ। ਡਬਲ ਇੰਜਨ ਤੋਂ ਭਾਵ ਕਿ ਦਿੱਲੀ ਦੇ ਵਿੱਚ ਉੱਪਰ ਵੀ ਸਰਕਾਰ ਸਾਡੀ ਬੀਜੇਪੀ ਦੀ ਹੋਵੇ, ਜੇ ਪੰਜਾਬ ਦੇ ਵਿੱਚ ਇੱਧਰ ਵੀ ਸਰਕਾਰ ਜੇ ਬੀਜੇਪੀ ਦੀ ਹੋ ਜਾਵੇ, ਫਿਰ ਦੋਨੇ ਬੰਨੇ ਜਿਹੜਾ ਇੰਜਨ ਹੈਗਾ ਉਹ ਬੀਜੇਪੀ ਦਾ ਹੋ ਗਿਆ। ਹੁਣ ਜਿਹੜੀ ਗੱਡੀ ਨੂੰ ਦੋਨੇ ਪਾਸੇ ਡਬਲ ਇੰਜਨ ਹੋਊਗਾ, ਫਿਰ ਉਹ ਜ਼ਿਆਦਾ ਕਹਿੰਦੇ ਵਧੀਆ ਤਰੀਕੇ ਨਾਲ ਚੱਲ ਸਕਦੀ ਆ, ਜ਼ਿਆਦਾ ਤੇਜ਼ ਚੱਲ ਸਕਦੀ ਆ। ਸੋ ਇਦਾਂ ਉਹ ਡਬਲ ਇੰਜਨ ਲਫ਼ਜ਼ ਬੋਲਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕੱਲ ਡਬਲ ਇੰਜਨ ਲਫ਼ਜ਼ ਬੋਲਿਆ, ਔਰ ਅਮਿਤ ਸ਼ਾਹ ਤਾਂ ਬੋਲਦੇ ਹੀ ਹੈਗੇ ਨੇ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ, ਉਹ ਵੀ ਡਬਲ ਇੰਜਨ ਦੀ ਸਰਕਾਰ ਬਣਾਉਣ ਦੀ ਗੱਲ ਕਰਦੇ ਆ, ਭਾਵ ਕਿ ਸਾਡੀ ਸਰਕਾਰ ਬਣਾ ਦਿਓ। ਹੁਣ ਜਿਹੜੇ ਨਸ਼ਿਆਂ ਦੀ ਗੱਲ ਕਰਦੇ ਆ ਕਿ ਸਾਡੀ ਸਰਕਾਰ ਜਦੋਂ ਬਣ ਜਾਊਗੀ ਤਾਂ ਨਸ਼ੇ ਆਪਾਂ ਇੱਥੇ ਬੰਦ ਕਰਾ ਦਾਂਗੇ, ਨਸ਼ੇ ਨਹੀਂ ਇੱਥੇ ਆਉਣਗੇ, ਇਦਾਂ ਦੀ ਗੱਲ ਕਰਦੇ ਆ। ਆਪਾਂ ਵਿਸ਼ੇਸ਼ ਜਿਹੜੀ ਗੱਲ ਹੈਗੀ ਆ ਨਾਲ ਪੰਜਾਬ ਦੀ ਗੱਲ ਕਰਾਂਗੇ, ਨਾਲ ਤਖ਼ਤ ਅਕਾਲ ਦੇ ਉੱਪਰ ਜਿਹੜੇ ਕਾਬਜ਼ ਹੈਗੇ ਨੇ ਉਹਨਾਂ ਦੀ ਵੀ ਗੱਲਬਾਤ ਆਪਾਂ ਕਰਾਂਗੇ। ਮੇਨ ਜਿਹੜੀ ਗੱਲਬਾਤ ਆ, ਹੁਣ ਜਦੋਂ ਤਖ਼ਤ ਅਕਾਲ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਦਰਬਾਰ ਸਾਹਿਬ ਜਾਂਦੇ ਆ, ਫਿਰ ਤਖ਼ਤ ਅਕਾਲ ਤੇ ਵੀ ਜਾਂਦੇ ਨੇ, ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜਾ ਕੇ ਮੁਲਾਕਾਤ ਕਰਕੇ ਆਉਂਦੇ ਆ ਅਮਿਤ ਸ਼ਾਹ ਹੋਰੀ। ਸਿਰ ਦੇ ਉੱਪਰ ਪੱਗ ਬੰਨੀ ਹੋਈ ਹੈ। ਹੁਣ ਸਿਰ ਦੇ ਉੱਪਰ ਪੱਗ ਬੰਨਣ ਤੋਂ ਬਾਅਦ ਜਦੋਂ ਉੱਥੇ ਜਾਂਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਜਿਹੜੀਆਂ 4 ਲਾਈਨਾਂ ਲਿਖੀਆਂ ਨੇ, ਪਹਿਲਾਂ ਮੈਂ ਲਾਈਨਾਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਉਸ ਤੋਂ ਬਾਅਦ ਫਿਰ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਕਰਦੇ ਆ। ਉਹਨਾਂ ਨੇ ਆਪਣੇ ਪੇਜ ਦੇ ਉੱਪਰ ਲਿਖਿਆ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ, ਅੱਜ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ। ਤਕਰੀਬਨ 1 ਘੰਟੇ ਦੀ ਗੱਲਬਾਤ ਦੌਰਾਨ ਇਹਨਾਂ ਮਸਲਿਆਂ ਤੇ ਚਰਚਾ ਕੀਤੀ ਗਈ, ਜਿਵੇਂ ਬੰਦੀ ਸਿੰਘਾਂ ਦੀ ਰਿਹਾਈ, ਗਿਆਨ ਗੋਦੜੀ, ਡਾਂਗਮਾਰ, ਮੰਗੂ ਮੱਠ, ਕਸ਼ਮੀਰ, ਸ਼ਿਲੌਂਗ ਦੇ ਸਿੱਖ ਮਸਲੇ, ਸ਼੍ਰੋਮਣੀ ਕਮੇਟੀ ਵੱਲੋਂ ਐਕਟ 87 ਦੇ ਗੁਰਦੁਆਰਾ ਐਕਟ 85 ਅਧੀਨ ਲਿਆਉਣ ਦੇ ਲਈ ਨੋਟੀਫਿਕੇਸ਼ਨ ਕਰਨਾ, ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਸੰਭਾਲ, ਗੁੰਮਰਾਹ ਕਰਕੇ ਸਿੱਖਾਂ ਦਾ ਧਰਮ ਪਰਿਵਰਤਨ ਕਰਨ ਦਾ ਮਾਮਲਾ, ਅਰਧ ਸੈਨਿਕ ਬਲਾਂ ਵਿੱਚ ਗ੍ਰੰਥੀ ਸਿੰਘ ਦੀ ਭਰਤੀ ਆਦਿ ਮਸਲੇ। ਤੇ ਸਭ ਤੋਂ ਖਾਸ 1947 ਤੋਂ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੀ ਬੇਵਿਸ਼ਵਾਸੀ, ਜਿਹਦੇ ਕਰਕੇ ਪੰਜਾਬ ਦੀ ਧਰਤੀ ਤੇ ਲੱਖਾਂ ਕਤਲ ਤੇ ਵੈਸ਼ੀ ਜ਼ੁਲਮਾਂ ਦੀ ਝੁੱਲੀ ਹਨੇਰੀ, ਦਿੱਲੀ ਆਦਿਕ ਸਥਾਨਾਂ ਤੇ ਕਾਂਗਰਸ ਵੱਲੋਂ ਕੀਤੀ ਸਿੱਖ ਨਸਲਕੁਸ਼ੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਆ ਉਹਨਾਂ ਨੇ ਲਿਖਿਆ ਤੇ ਨਾਲ ਫੋਟੋ ਸਾਂਝੀ ਕੀਤੀ ਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ, ਜਿਹਦੇ ਵਿੱਚ ਉਹ ਆਪ ਵੀ ਬੈਠੇ ਹੋਏ ਨੇ, ਨਾਲ ਅਮਿਤ ਸ਼ਾਹ ਹੋਰੀ ਬੈਠੇ ਹੋਏ ਨੇ। ਹੁਣ ਜਿਹੜੀਆਂ ਗੱਲਾਂ ਬਾਤਾਂ ਵਿਚਾਰਨਯੋਗ ਨੇ ਉਹ ਆਪਾਂ ਜ਼ਰੂਰ ਵਿਚਾਰੀਏ। ਮੈਂ ਥੱਲੇ ਕੁਝ ਕਮੈਂਟ ਪੜ੍ਹ ਰਿਹਾ ਸੀਗਾ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦੇ ਹਮਾਇਤੀ ਹੋਣਗੇ, ਉਹਨਾਂ ਵੱਲੋਂ ਕੀਤੇ ਗਏ ਨੇ। ਸਵਾਗਤ ਕਰਨਾ ਬਣਦਾ ਉਹਨਾਂ ਦਾ, ਵੀ ਉਹਨਾਂ ਨੇ ਵੀ ਆਪਣੇ, ਕਿਉਂਕਿ ਰਾਈਟ ਟੂ ਸਪੀਚ ਆ, ਲਿਖਣ ਦਾ ਵੀ ਹੱਕ ਹੈ, ਆਪ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਹੱਕ ਵਾ ਹਰੇਕ ਨੂੰ, ਔਰ ਪ੍ਰਗਟਾ ਸਕਦੇ ਆ। ਹੁਣ ਕਈਆਂ ਨੇ ਇਹ ਲਿਖਿਆ, ਕਹਿੰਦੇ ਭਈ ਇਹ ਕੋਈ ਹਰਜ ਵਾਲੀ ਗੱਲ ਨਹੀਂ ਹੈਗੀ, ਭਈ ਰਾਜਨੀਤੀ ਇੱਕ ਨੀਤੀ ਦੇ ਤਹਿਤ ਜੇ ਉਹ ਉਹਨਾਂ ਨਾਲ ਮੁਲਾਕਾਤ ਕਰਦੇ ਆ ਤੇ ਮਸਲਿਆਂ ਦੇ ਹੱਲ ਜੇ ਕਿਸੇ ਤਰੀਕੇ ਨਾਲ ਕੱਢੇ ਜਾ ਸਕਦੇ ਆ ਤਾਂ ਭਈ ਇਹਦੇ ਵਿੱਚ ਕੋਈ ਹਰਜ ਨਹੀਂ ਹੈਗਾ। ਭਈ ਐਵੇਂ ਬਾਤ ਕਾ ਬਤੰਗੜ ਨਹੀਂ ਬਣਾਉਣਾ ਚਾਹੀਦਾ, ਐਵੇਂ ਗੱਲਾਂ ਬਾਤਾਂ ਨੂੰ ਹੋਰ ਦਾ ਹੋਰ ਰੂਪ ਨਹੀਂ ਦੇਣਾ ਚਾਹੀਦਾ। ਹੁਣ ਆਪਾਂ ਗੱਲ ਇਹ ਕਰਨੀ ਚਾਹੁੰਦੇ ਆ, ਜਿਹੜੀ ਗੱਲ ਮੈਂ ਖਾਸ ਤੌਰ ਤੇ ਕਰਨੀ ਚਾਹੁੰਦਾ, ਭਈ ਇੱਕ ਗੱਲ ਤੁਸੀਂ ਦੇਖੋ, ਪੰਜਾਬ ਦੀ ਧਰਤੀ ਦੇ ਉੱਪਰੋਂ ਖਾਲਸਾ ਪੰਥ ਦਾ ਆਧਾਰ ਕਿਹਨਾਂ ਲੋਕਾਂ ਨੇ ਮੁਕਾਇਆ। ਖਾਲਸਾ ਪੰਥ ਦੇ ਪੈਰ ਪੰਜਾਬ ਦੀ ਧਰਤੀ ਤੋਂ ਉਖੜੇ ਤੇ ਉਖੜੇ ਕਿਉਂ? ਅਕਾਲੀ ਦਲ ਦੀ ਮੈਂ ਗੱਲ ਕਰਦਾ। ਅਕਾਲੀ ਦਲ ਜਿਹੜੇ ਕਹਿੰਦੇ ਕਿ ਪੰਥਕ ਪਾਰਟੀ ਹੁੰਦਾ ਸੀ, ਹੁਣ ਪੰਥਕ ਪਾਰਟੀ ਹੁੰਦਾ ਸੀ, ਹੁਣ ਅੱਜ ਕਿਉਂ ਨਾ ਰਿਹਾ? ਪੰਜਾਬ ਦੇ ਵਿੱਚ ਆਪਣੇ ਹੀ ਲੋਕਾਂ ਦੇ ਵਿੱਚ ਆਪਣਾ ਆਧਾਰ ਖਤਮ ਕਰ ਜਾਂ ਕਰਵਾ ਲੈਣ ਤੋਂ ਬਾਅਦ ਕੀ ਤੁਸੀਂ ਇਸ ਗੱਲ ਦੀ ਉਮੀਦ ਕਰਦੇ ਹੋ ਉਹਨਾਂ ਤੋਂ ਕਿ ਉਹ ਤੁਹਾਡੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਲੈਣਗੇ? ਇਹ ਇੱਕ ਬੜੀ ਵੱਡੀ ਵਿਚਾਰਨਯੋਗ ਗੱਲ ਵਾ। ਇਹਦੇ ਤੇ ਸਾਨੂੰ ਗੌਰ ਕਰਨਾ ਪਊਗਾ, ਆਮ ਲੋਕਾਂ ਨੂੰ ਵੀ ਗੌਰ ਕਰਨਾ ਪਊਗਾ ਕਿ ਜਿਹੜੇ ਲੋਕ ਆਪਣੀ ਹੀ ਧਰਤੀ ਤੋਂ ਆਪਣੇ ਪੈਰ ਉਖਾੜ ਚੁੱਕੇ ਨੇ, ਆਪਣੀਆਂ ਕਰਤੂਤਾਂ ਦੇ ਕਰਕੇ ਲਾ ਲਓ, ਜਾਂ ਜੋ ਮਰਜ਼ੀ ਲਫ਼ਜ਼ ਤੁਸੀਂ ਵਰਤ ਲਓ, ਸਤਿਕਾਰਯੋਗ ਵਾਲਾ ਹੀ ਲਫ਼ਜ਼ ਵਰਤ ਲਓ। ਜੇ ਕਰਤੂਤਾਂ ਲਫ਼ਜ਼ ਕਿਸੇ ਨੂੰ ਨਹੀਂ ਸ਼ੋਭਦਾ ਜਾਂ ਨਹੀਂ ਚੰਗਾ ਲੱਗਦਾ, ਆਪਣੇ ਕੀਤੇ ਹੋਏ ਕੰਮਾਂ ਕਰਕੇ ਹੀ ਕਹਿ ਲਓ ਚਲੋ ਵੀ ਤੁਹਾਡੇ ਪੈਰ ਉਖੜ ਗਏ ਪੰਜਾਬ ਤੋਂ, ਤਾਂ ਕੀ ਉਹ ਉਖੜੇ ਹੋਏ ਪੈਰਾਂ ਵਾਲੇ ਲੋਕਾਂ ਦੇ ਭਾਈਵਾਲ ਬਣਨਗੇ? ਉਹ ਤੁਹਾਡੀ ਕਿੰਨੀ ਕੁ ਗੱਲ ਉਹ ਮੰਨਣਗੇ? ਭਾਰਤ ਵਿੱਚ ਤਾਂ ਉਹਨਾਂ ਲੋਕਾਂ ਦੀ ਆਬਾਦੀ ਵੀ ਵੱਡੀ ਹੈ ਜਿਨ੍ਹਾਂ ਕੌਮਾਂ ਦੀ 20-20 ਕਰੋੜ ਤੋਂ ਵੱਧ ਦੀ ਆਬਾਦੀ ਹੈ। ਇੱਥੇ ਤਾਂ ਉਹਨਾਂ ਦੀ ਸੁਣਵਾਈ ਨਹੀਂ ਕਰਦੇ ਅਗਲੇ,
ਉਹਨਾਂ ਨਾਲ ਧੱਕੇਸ਼ਾਹੀਆਂ ਕਰਦੇ ਆ, ਉਹਨਾਂ ਨਾਲ ਵਧੀਕੀਆਂ ਕਰਦੇ ਆ, ਉਹਨਾਂ ਨੂੰ ਕਹਿੰਦੇ ਕਿ ਤੁਸੀਂ ਛੱਡ ਜਾਓ ਇੱਥੋਂ, ਮੁਲਕ ਛੱਡ ਕੇ ਭਾਜੋ ਹੋਰ ਪਾਸੇ, ਜੇ ਤੁਹਾਡਾ ਚਿੱਤ ਨਹੀਂ ਲੱਗਦਾ, ਜੇ ਤੁਸੀਂ ਸਾਡੇ ਹਿਸਾਬ ਦੇ ਨਾਲ ਨਹੀਂ ਰਹਿਣਾ ਤਾਂ। ਭਾਵ ਕਿ ਜੇ ਤੁਸੀਂ ਸੰਵਿਧਾਨ ਦੇ ਦਾਇਰੇ ਵਿੱਚ ਵੀ ਨਹੀਂ ਰਹਿਣਾ ਤਾਂ ਅਸੀਂ ਸੰਵਿਧਾਨ ਤੋਂ ਦਾਇਰੇ ਤੋਂ ਬਾਹਰ ਲਿਜਾ ਕੇ ਤੁਹਾਨੂੰ ਰੱਖਣਾ ਚਾਹੁੰਦੇ ਆ। ਤਦ ਤੁਸੀਂ ਰਹਿਣਾ ਤਾਂ ਠੀਕ ਹੈ, ਨਹੀਂ ਰਹਿਣਾ ਤਾਂ ਫਿਰ ਤੁਸੀਂ ਛੱਡ ਕੇ ਭਾਜੋ ਇੱਥੋਂ। ਉੱਥੇ ਤਾਂ 20-20 ਕਰੋੜ ਦੀ ਆਬਾਦੀ, ਜਿਹਨਾਂ ਦਾ ਕਾਫੀ ਆਧਾਰ ਆ, ਉਹਨਾਂ ਨੂੰ ਨਹੀਂ ਅਗਲੇ ਪੁੱਛਦੇ। ਤੁਸੀਂ ਆਪਣਾ ਆਧਾਰ ਆਪਣੀ ਧਰਤੀ ਤੋਂ ਗਵਾਉਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਕੋਲ ਚੱਲ ਕੇ ਆਏ ਨੇ ਤਾਂ ਤੁਹਾਡੇ ਨਾਲ ਖੜਨਗੇ, ਤੁਹਾਡੀਆਂ ਮੰਗਾਂ ਦੇ ਉੱਪਰ ਗੌਰ ਕਰਨਗੇ। ਇੱਕ ਗੱਲ। ਦੂਜੀ ਗੱਲ, ਫਿਰ ਜੇ ਤੁਹਾਨੂੰ ਇਹ ਲੱਗਦਾ ਕਿ ਅਸੀਂ ਕਿਸੇ ਨੀਤੀ ਦੇ ਤਹਿਤ ਇਹ ਸਾਰਾ ਕੁਝ ਕਰ ਰਹੇ ਹਾਂ, ਤਾਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਲਾ ਲਓ, ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਿੱਖ ਧਿਰਾਂ ਨੇ, ਜਿਹੜੀਆਂ ਤੁਹਾਡੇ ਤੋਂ ਵਿਸ਼ਵਾਸ ਗਵਾ ਚੁੱਕੀਆਂ ਨੇ ਤੁਹਾਡੇ ਕੰਮਾਂ ਦੇ ਕਰਕੇ, ਜਿਹੜੇ ਤੁਹਾਡੇ ਤੇ ਭਰੋਸਾ ਨਹੀਂ ਕਰਦੇ। ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਖ ਰਿਹਾ, ਤੁਸੀਂ ਉਹਨਾਂ ਧਿਰਾਂ ਨੂੰ ਕਦੀ ਵਿਸ਼ਵਾਸ ਵਿੱਚ ਲੈਣ ਦੀ ਕੋਸ਼ਿਸ਼ ਕੀਤੀ? ਤੁਸੀਂ ਆਖਿਆ ਕਿ ਆਪਾਂ ਥੋੜ੍ਹਾ ਜਿਹਾ ਗੌਰ ਕਰ ਲਈਏ, ਆਪਣੇ ਭਾਈਆਂ ਨੂੰ, ਅਸੀਂ ਆਪਣੀਆਂ ਧਿਰਾਂ ਨੂੰ ਅਸੀਂ ਨਾਲ ਬਹਾਈਏ, ਜਿਨ੍ਹਾਂ ਦੀ ਸੋਚ ਤੁਹਾਡੇ ਨਾਲ ਨਹੀਂ ਵੀ ਰਲਦੀ ਹੈਗੀ, ਵੀ ਆਪਾਂ ਉਹਨਾਂ ਨੂੰ ਭਰੋਸੇ ਵਿੱਚ ਲੈ ਲਈਏ, ਅਸੀਂ ਉਹਨਾਂ ਨੂੰ ਤੇ ਦੱਸ ਦਈਏ, ਜੇ ਖੁੱਲ੍ਹ ਕੇ ਨਹੀਂ ਦੱਸਣਾ ਕਿ ਭਾਈ ਸਾਡੀ ਆਹ ਨੀਤੀ ਆ, ਇਸ ਨੀਤੀ ਦੇ ਤਹਿਤ ਅਸੀਂ ਇਹਦਾ ਇੱਕ ਸਟੈਪ 2 ਸਟੈਪ ਅੱਗੇ ਨੂੰ ਵੱਧ ਸਕਦੇ ਹਾਂ। ਇੱਦਾਂ ਦਾ ਵੀ ਤੁਸੀਂ ਕੁਝ ਨਹੀਂ ਕਰਦੇ ਹੈਗੇ। ਫਿਰ ਲੋਕ ਤੁਹਾਡੇ ਤੇ ਯਕੀਨ ਕਿਉਂ ਕਰਨ? ਖਾਲਸਾ ਪੰਥ ਤੁਹਾਡੇ ਤੇ ਭਰੋਸਾ ਕਿਉਂ ਕਰੇ ਵੀ ਤੁਸੀਂ ਕਿਸੇ ਨੀਤੀ ਦੇ ਤਹਿਤ ਸਾਰਾ ਕੁਝ ਕਰਵਾ ਰਹੇ ਹੋ? ਹੁਣ ਤੁਸੀਂ ਆਪਣੀ ਇਸ ਲਿਖਤ ਦੇ ਵਿੱਚ ਇੱਕ ਲਫ਼ਜ਼ ਬੋਲਿਆ ਕਿ 1947 ਤੋਂ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੀ ਬੇਵਿਸ਼ਵਾਸੀ, ਜਿਹਦੇ ਕਰਕੇ ਪੰਜਾਬ ਦੀ ਧਰਤੀ ਤੇ ਲੱਖਾਂ ਕਤਲ ਤੇ ਵੈਸੀ ਜ਼ੁਲਮਾਂ ਦੀ ਝੁੱਲੀ ਹਨੇਰੀ। ਤੁਸੀਂ 1947 ਤੋਂ ਲੈ ਕੇ ਤੇ ਹੁਣ ਤੱਕ ਇਹ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਕੇਵਲ ਕਾਂਗਰਸ ਦੇ ਉੱਪਰ ਮੜਿਆ। ਮੈਂ ਕੇਵਲ ਲਫ਼ਜ਼ ਜ਼ੋਰ ਇਸ ਕਰਕੇ ਦਿੰਦਾ ਕਿਉਂਕਿ ਕਾਂਗਰਸ ਨੇ ਕੀਤਾ ਹੀ ਕੀਤਾ ਸਾਰਾ ਕੁਝ। ਕਾਂਗਰਸ ਨੇ ਨਹੀਂ, ਬਾਕੀ ਸਾਰੀਆਂ ਧਿਰਾਂ ਨੇ ਵੀ ਕੀਤਾ। ਉਹਦੇ ਵਿੱਚ ਬਰਾਬਰ ਦੇ ਭਾਈਵਾਲ ਬਣੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਡੇ ਆ ਸੱਜੇ ਖੱਬੇ ਵਾਲੇ, ਜਿਨ੍ਹਾਂ ਨੇ ਤੁਹਾਨੂੰ ਥਾਪਿਆ, ਜਿਨ੍ਹਾਂ ਨੇ, ਮੈਂ ਬਾਦਲ ਕਿਆਂ ਦੀ ਗੱਲ ਕਰਦਾ, ਉਹਨਾਂ ਦਾ ਤੁਸੀਂ ਕਾਹਤੋਂ ਨਹੀਂ ਜ਼ਿਕਰ ਕਰਦੇ ਹੈਗੇ? ਕੇਵਲ ਕਾਂਗਰਸ ਦਾ ਹੀ ਜ਼ਿਕਰ ਕਰਕੇ ਤੁਸੀਂ ਭਾਜਪਾ ਨੂੰ ਮੁਕਤ ਕਰ ਸਕਦੇ ਹੋ? ਤੁਸੀਂ ਭਲਾ ਉਹਨਾਂ ਨੂੰ ਤੁਸੀਂ ਕਿੱਦਾਂ ਮੁਕਤ ਕਰ ਸਕਦੇ ਹੋ ਕਿ ਬੀਜੇਪੀ ਵਾਲਿਆਂ ਨੇ ਬਰਾਬਰ ਯੋਗਦਾਨ ਨਹੀਂ ਪਾਇਆ? ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਕੌਣ ਦਿੰਦਾ ਸੀਗਾ? ਤੁਸੀਂ PhD ਕੀਤੀ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਡਾ ਰੁਤਬਾ ਇੱਥੇ ਆ। ਮੇਰੇ ਵਰਗੇ ਮਾਮੂਲੀ ਜਿਹੇ ਪੱਤਰਕਾਰ ਨੂੰ ਜੇ ਇਸ ਗੱਲ ਦਾ ਪਤਾ ਹੈ ਤਾਂ ਤੁਹਾਨੂੰ ਵੀ ਤਾਂ ਪਤਾ ਹੀ ਹੋਊਗਾ। ਫਿਰ ਮੈਂ ਇਹ ਗੱਲ ਕਹਿਣਾ ਕਿ ਤੁਹਾਨੂੰ ਵੀ ਪਤਾ ਹੋਊਗਾ, ਤੇ ਜੇ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ, ਇਟ ਮੀਨ ਹੋ ਸਕਦਾ ਤੁਹਾਡੇ ਤੇ ਜ਼ਿਹਨ ਵਿੱਚ ਕੋਈ ਨੀਤੀ ਚੱਲਦੀ ਹੋਵੇ, ਚੰਗੀ ਨੀਤੀ ਚੱਲਦੀ ਹੋਵੇ। ਉਹ ਚੰਗੀ ਨੀਤੀ ਤੁਸੀਂ ਸਾਨੂੰ ਨਾ ਦੱਸੋ, ਪਬਲਿਕਲੀ ਨਾ ਦੱਸੋ। ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ, ਜਿਹੜੀਆਂ ਆਪਣੀ ਇੱਥੇ ਪੰਜਾਬ ਦੀ ਧਰਤੀ ਤੇ ਹੋਂਦ ਬਰਕਰਾਰ ਰੱਖਣ ਦੀ ਖਾਤਰ ਜਦੋਂ ਜਹਿਦ ਕਰ ਰਹੀਆਂ ਨੇ, ਤੁਸੀਂ ਉਹਨਾਂ ਨੂੰ ਦੱਸ ਦਿਓ। ਉਹਨਾਂ ਨੂੰ ਦੱਸ ਦਿਓ, ਉਹ ਢੰਗ ਤਰੀਕੇ ਨਾਲ ਖਾਲਸਾ ਪੰਥ ਨੂੰ ਕਹਿ ਦੇਣ ਪਏ ਠੀਕ ਆ ਜੀ, ਗਿਆਨੀ ਜੀ ਕੁਝ ਠੀਕ ਹੀ ਕਰ ਰਹੇ ਆ। ਤੁਸੀਂ ਦੱਸੋ ਤਾਂ ਸਹੀ, ਤੁਸੀਂ ਇਹਨਾਂ ਨੂੰ, ਉਹਨਾਂ ਦੇ ਜਿਹੜੇ ਆਗੂ ਹੈਗੇ ਨੇ, ਇਹਨਾਂ ਦੇ BJP ਵਾਲੇ ਜਿਹੜੇ ਤੁਹਾਡੇ ਹੁਣ ਕੋਲ ਬੈਠੇ ਆ, ਤੁਹਾਡੇ ਗੋਡੇ ਨਾਲ ਗੋਡਾ ਜੋੜ ਕੇ, ਉਹਨਾਂ ਦੇ ਦਿੱਗਜ ਆਗੂ, ਵੱਡੇ ਵੱਡੇ ਆਗੂ ਤਾਂ ਇਹ ਕਹਿੰਦੇ ਰਹੇ ਕਿ ਇੰਦਰਾ ਗਾਂਧੀ ਦੁਰਗਾ ਮਾਤਾ ਹੈ, ਔਰ ਉਹ ਇਹ ਕਹਿੰਦੇ ਰਹੇ ਕਿ ਦੇਰ ਨਾਲ ਕੀਤਾ ਗਿਆ ਵੱਡਾ ਫੈਸਲਾ ਜਦੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ, ਭਾਰਤ ਦੀ ਫੌਜ ਵੱਲੋਂ ਟੈਂਕਾਂ ਤੇ ਤੋਪਾਂ ਦੇ ਨਾਲ ਗੋਲੇ ਦਾਗੇ ਗਏ। ਇਹਨਾਂ ਨੇ ਤਾਂ ਸਪੋਰਟ ਕੀਤੀ। ਮਾਈ ਕੰਟਰੀ ਮਾਈ ਲਾਈਫ ਬੁੱਕ ਕਿਹਦੀ ਲਿਖੀ ਹੋਈ ਆ ਭਲਾ? LK ਅਡਵਾਨੀ ਨੂੰ ਕੀ ਤੁਸੀਂ ਨਹੀਂ ਜਾਣਦੇ? ਲਾਲ ਕ੍ਰਿਸ਼ਨ ਅਡਵਾਨੀ ਨੂੰ ਕੌਣ ਸੀਗੇ ਭਲਾ? ਉਹ ਕਾਂਗਰਸ ਪਾਰਟੀ ਨਾਲ ਰਿਲੇਟਡ ਸੀਗੇ। ਉਹ BJP ਦੇ ਕੱਟੜ ਆਗੂ। ਵਾਜਪਾਈ ਹੋਰਾਂ ਨੂੰ ਤੁਸੀਂ ਨਹੀਂ ਜਾਣਦੇ? ਮਾਈ ਕੰਟਰੀ ਮਾਈ ਲਾਈਫ ਬੁੱਕ ਦੇ ਵਿੱਚ ਉਹ ਇਹ ਲਿਖਦੇ ਆ, ਇੰਦਰਾ ਗਾਂਧੀ ਤਿਆਰ ਹੀ ਨਹੀਂ ਸੀ ਹੁੰਦੀ ਵੀ ਅਸੀਂ ਜ਼ੋਰ ਲਾਇਆ, ਅਸੀਂ ਉਹਨੂੰ ਕਿਹਾ ਵੀ ਤੂੰ ਇਹ ਕੰਮ ਕਰ। ਹੁਣ ਜਿਹਨਾਂ ਨੂੰ ਤੁਸੀਂ ਕਹਿੰਦੇ ਕਿ ਕਾਂਗਰਸ ਨੇ ਆ ਜ਼ੁਲਮ ਕੀਤੇ, ਤਾਂ ਉਹਨਾਂ ਨੇ ਕਰਵਾਏ ਆ, ਇਹ ਵੀ ਤਾਂ ਗੱਲ ਨਾਲ ਵਾ ਨਾ। ਕੱਲਾ ਕਾਂਗਰਸ ਨੂੰ ਤੁਸੀਂ ਭੰਡ ਕੇ ਬਾਕੀਆਂ ਨੂੰ ਦੋਸ਼ ਮੁਕਤ ਕਰਕੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਕੀ ਫਾਇਦਾ ਹੋ ਜਾਊਗਾ? ਥੋੜ੍ਹਾ ਜਿਹਾ ਆਪਣੀਆਂ ਪੰਥਕ ਧਿਰਾਂ ਨੂੰ ਸਮਝਾ ਦਿਓ, ਉਹਨਾਂ ਨੂੰ ਦੱਸੋ ਤਾਂ ਸਹੀ। ਹੁਣ ਇਹਦੇ ਵਿੱਚ ਤੁਸੀਂ ਇੱਕ ਹੋਰ ਗੱਲ ਕੀਤੀ ਹੈ ਭਈ, ਹਾਂ ਜਿਹੜੀ ਤੁਸੀਂ ਨਸਲਕੁਸ਼ੀ ਦੀ ਗੱਲ ਕੀਤੀ ਹੈ ਨਾ, ਕਾਂਗਰਸ ਜ਼ਿੰਮੇਵਾਰ ਹੈ ਸਿੱਖਾਂ ਦੀ ਨਸਲਕੁਸ਼ੀ ਦੇ ਬਾਰੇ, ਜਿਹਦੇ ਬਾਰੇ ਤੁਸੀਂ ਖੁੱਲ੍ਹ ਕੇ ਚਰਚਾ ਕੀਤੀ ਹੈ। ਹੁਣ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਬੋਲ ਦਿੰਦਾ, ਨਸਲਕੁਸ਼ੀ ਦਾ ਭਾਵ ਕੀ ਹੁੰਦਾ ਹੈਗਾ? ਤੁਸੀਂ PhD ਕੀਤੀ ਹੋਈ ਹੈ, ਮੇਰੇ ਤੋਂ ਬਿਹਤਰ ਤੁਸੀਂ ਜਾਣਦੇ ਹੋ। ਕੀ ਤੁਹਾਨੂੰ ਨਹੀਂ ਲੱਗਦਾ ਕਿ BJP RSS ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਖਾਲਸਾ ਪੰਥ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀਆਂ ਹੀ ਨੇ? ਉਹ ਤੇ ਤੁਹਾਡੀ ਵੱਖਰੀ ਅਤੇ ਅੱਡਰੀ ਨਿਆਰੀ ਹੋਂਦ ਹਸਤੀ ਤੋਂ ਹੀ ਮੁਨਕਰ ਨੇ। ਤੁਹਾਨੂੰ ਵੀ ਤਾਂ ਪਤਾ ਹੀ ਹੈ ਨਾ ਇਸ ਗੱਲ ਦਾ। ਉਹ ਮੰਨਦੇ ਨੇ, ਉਹ ਤੇ ਕਹਿੰਦੇ ਕਿ ਹਿੰਦੂਆਂ ਦਾ ਹੀ ਇੱਕ ਹਿੱਸਾ ਹੈ ਸਿੱਖ ਕੌਮ। ਉਹ ਤੇ ਇੱਦਾਂ ਕਹਿੰਦੇ ਆ, ਇਹਨੂੰ ਨਸਲਕੁਸ਼ੀ ਨਹੀਂ ਕਹਿੰਦੇ ਭਲਾ? ਪੰਜਾਬ ਦੇ ਜੋ ਹਾਲਾਤ ਬਣੇ ਹੋਏ ਆ, ਕੇਂਦਰ ਦੇ ਵਿੱਚ BJP ਦੀ ਸਰਕਾਰ ਹੈ, ਉਹ ਬਹੁਤ ਕੁਝ ਕਰ ਸਕਦੇ ਸੀਗੇ ਜੇ ਉਹਨਾਂ ਨੇ ਕਰਨਾ ਹੁੰਦਾ ਤਾਂ, ਪਰ ਉਹ ਇੱਦਾਂ ਨਹੀਂ ਕਰਦੇ। ਤੁਹਾਡੀ ਬੋਲੀ ਕੌਣ ਖੋ ਰਿਹਾ? ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਝੰਡਾ,
ਇਹ ਨਾਰਾ ਕਿਹਨਾਂ ਦਾ ਹੈਗਾ? ਪੂਰਾ ਜਿਹੜਾ ਦੇਸ਼ ਹੈਗਾ ਹਿੰਦੂ ਹਿੰਦੀ ਤੇ ਹਿੰਦੁਸਤਾਨ ਦਾ ਏਜੰਡਾ ਕਿਹਨਾਂ ਦਾ ਹੈਗਾ? ਪੰਜਾਬ ਵੀ ਉਹਦੇ ਵਿੱਚ ਹੀ ਆਉਂਦਾ ਕਿ ਤੁਹਾਨੂੰ ਉਹਨਾਂ ਨੇ ਕਹਿਤਾ ਹੈ ਕਿ ਨਹੀਂ, ਸਾਨੂੰ ਸਾਡਾ ਆਧਾਰ ਜਿਹਾ ਬਣ ਲੈਣ ਦਿਓ, ਪੂਰੇ ਭਾਰਤ ਵਿੱਚ ਸਾਨੂੰ ਹਿੰਦੂ ਰਾਸ਼ਟਰ ਸਥਾਪਿਤ ਕਰ ਲੈਣ ਦਿਓ ਤੇ ਤੁਹਾਨੂੰ ਪੰਜਾਬ ਜਿਹੜਾ ਹੈਗਾ ਤੁਹਾਡਾ ਵੱਖਰਾ ਖਾਲਸਾ ਰਾਜ ਬਣ ਜਾਊਗਾ। ਐਦਾਂ ਦਾ ਕੁਝ ਤੁਹਾਨੂੰ ਕਹਿਤਾ ਹੈ ਉਹਨਾਂ ਨੇ? ਪੰਜਾਬ ਤਾਂ ਵਿੱਚ ਹੀ ਆਉਂਦਾ ਨਾ, ਉਹ ਤਾਂ ਸਾਰੇ ਸਮੇਤ ਪੰਜਾਬ ਹਿੰਦੂ ਹਿੰਦੀ ਤੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਕਿ ਇਹਨੂੰ ਨਸਲਕੁਸ਼ੀ ਨਹੀਂ ਕਰਨੀ ਕਹਿੰਦੇ। ਉਹਨਾਂ ਨੇ ਤਾਂ ਤੁਹਾਡੀ ਨਸਲਕੁਸ਼ੀ ਕੀਤੀ, ਮਤਲਬ ਉਹਨਾਂ ਨੂੰ ਲੱਗਦਾ ਸੀਗਾ ਵੀ ਸਿੱਖ ਇੱਕ ਵੱਖਰੀ ਕੌਮ ਹੈ ਤੇ ਆਪਾਂ ਇਹਨਾਂ ਦੀ ਨਸਲਕੁਸ਼ੀ ਕਰਨੀ ਹੈ। ਇਹ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਨਸਲਕੁਸ਼ੀ ਨਹੀਂ ਕਰ ਰਹੇ, ਇਹਦਾ ਮਤਲਬ ਤਾਂ ਸਿੱਧਾ ਹੀ ਆ ਉਹ ਤਾਂ ਤੁਹਾਡੀ ਹੋਂਦ ਨੂੰ ਵੀ ਨਹੀਂ ਮੰਨਦੇ, ਤਾਂ ਫਿਰ ਤੁਸੀਂ ਕੁਝ ਹੈਗੇ ਵੀ ਆ। ਉਹ ਤਾਂ ਮੰਨਦੇ ਸੀਗੇ ਵੀ ਹੈਗੇ ਆ, ਵੀ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਮਾਰਨਾ ਆ। ਇਹਦਾ ਮਤਲਬ ਇਹ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਮਾਰਨ ਦੀ ਨਹੀਂ ਗੱਲ ਕਰਦੇ, ਤੁਹਾਡੀ ਨਸਲਕੁਸ਼ੀ ਨਹੀਂ ਕਰਨ ਦੀ ਗੱਲ ਕਰਦੇ, ਤੁਹਾਨੂੰ ਜੇ ਐਂ ਲੱਗਦਾ, ਇਹਦਾ ਮਤਲਬ ਇਹ ਤੁਹਾਨੂੰ ਮੰਨਦੇ ਨਹੀਂ ਹੈਗੇ ਕਿ ਤੁਸੀਂ ਕੁਝ ਵੱਖਰੇ ਹੈਗੇ ਆ, ਤੁਸੀਂ ਸਿੱਖ ਹੈਗੇ ਹੋ, ਤੁਸੀਂ ਤੁਹਾਨੂੰ ਗੁਰੂ ਰੂਪ ਖਾਲਸਾ ਮੰਨਦੇ ਹੀ ਨਹੀਂ ਹੈਗੇ। ਇਹਦਾ ਮਤਲਬ ਤਾਂ ਫਿਰ ਇਹ ਬਣਦਾ ਕਿ ਇਹ ਤੁਹਾਡੀ ਨਸਲਕੁਸ਼ੀ ਨਹੀਂ ਹੈਗੀ, ਤੁਹਾਡੀ ਬੋਲੀ, ਤੁਹਾਡਾ ਸੱਭਿਆਚਾਰ, ਪੰਜਾਬ ਦੀ ਤੁਹਾਡੀ ਆਪਣੀ ਹੀ ਧਰਤੀ ਦੇ ਉੱਪਰ ਜਿੱਥੇ ਕਦੀ ਤੁਹਾਡਾ ਰਾਜ ਹੋਇਆ ਕਰਦਾ ਸੀ, ਖਾਲਸਾ ਰਾਜ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ, ਉੱਥੇ ਪੰਜਾਬ ਦੇ ਵਿੱਚ ਹੀ ਸਿੱਖ ਬਹੁ ਗਿਣਤੀ ਵਸੋਂ ਵਾਲਾ ਸੂਬਾ ਪੰਜਾਬ, ਉੱਥੇ ਘੱਟ ਗਿਣਤੀ ਰਹਿ ਜਾਣਗੇ ਸਿੱਖ ਜੇ ਹੁਣ ਦੁਬਾਰਾ ਮਰਦਮਸ਼ੁਮਾਰੀ ਹੋਊਗੀ ਤਾਂ। ਇਹ ਉਹਨਾਂ ਦੀਆਂ ਨੀਤੀਆਂ ਦੇ ਕਰਕੇ, ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਕਰਕੇ ਪੰਜਾਬ ਦੇ ਲੋਕਾਂ ਨੂੰ, ਤੁਹਾਡੇ ਆਪਣੇ ਭਰਾਵਾਂ ਨੂੰ, ਤੁਹਾਡੇ ਆਪਦੇ ਪਰਿਵਾਰਾਂ ਨੂੰ, ਗਿਆਨੀ ਹਰਪ੍ਰੀਤ ਸਿੰਘ ਜੀ ਇੱਥੋਂ ਬਾਹਰਲੇ ਵਿਦੇਸ਼ ਮੁਲਕਾਂ ਵੱਲ ਨੂੰ ਭੱਜਣਾ ਪੈ ਗਿਆ ਔਰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਇੱਥੇ ਪੰਜਾਬ ਦੇ ਵਿੱਚ ਲਿਆ ਕੇ ਵੱਡੀ ਪੱਧਰ ਦੇ ਉੱਪਰ ਵਸਾਏ ਜਾ ਰਹੇ ਨੇ। ਔਰ ਉਹਦੇ ਨਾਲ ਤੁਸੀਂ ਜਿਹੜਾ ਤੁਹਾਡਾ ਪੰਜਾਬ ਦੀ ਧਰਤੀ ਅਨਬੈਲੈਂਸ ਜੀ ਹੋ ਗਈ ਆ, ਉਹਦੇ ਲਈ ਜ਼ਿੰਮੇਵਾਰ ਕੌਣ ਆ? ਦੱਸੋ ਭਲਾ ਕੌਣ ਜ਼ਿੰਮੇਵਾਰ ਆ ਉਹਦੇ ਲਈ? ਪਹਿਲਾਂ ਤਾਂ ਬੀਜੇਪੀ ਦੇ ਨਾਲ ਸਾਂਝ ਸੀਗੀ ਨਾ ਅਕਾਲੀਆਂ ਦੀ, ਜਿਨ੍ਹਾਂ ਨੇ ਤੁਹਾਨੂੰ ਥਾਪਿਆ, ਕਿ ਉਹ ਜ਼ਿੰਮੇਵਾਰ ਨਹੀਂ ਸੀਗੇ। ਉਸ ਤੋਂ ਬਾਅਦ ਜੇ ਹੁਣ ਕਾਂਗਰਸ ਦੀ ਸਰਕਾਰ ਆ ਚੱਲਦੀ ਪਈ ਆ ਜਾਂ ਪਿੱਛੇ ਚੱਲ ਕੇ ਹਟੀ ਆ, ਕੈਪਟਨ ਅਮਰਿੰਦਰ ਸਿੰਘ ਰਹੇ ਨੇ, ਹੁਣ ਚਰਨਜੀਤ ਸਿੰਘ ਚੰਨੀ ਹੋਰੀ ਹੈਗੇ ਨੇ, ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਕੋਲ ਪਾਵਰਾਂ ਹੈਗੀਆਂ ਨੇ, ਬਹੁਤ ਜ਼ਿਆਦਾ ਪਾਵਰਾਂ ਨੇ? ਕੀ ਤੁਹਾਨੂੰ ਵੀ ਤਾਂ ਇਸ ਗੱਲ ਦਾ ਪਤਾ ਹੀ ਹੈ ਨਾ ਵੀ ਕੇਂਦਰ ਸਰਕਾਰ ਪੰਜਾਬ ਦੀਆਂ ਸਾਰੀਆਂ ਤਾਕਤਾਂ ਹੌਲੀ ਹੌਲੀ ਖੋਹ ਕੇ ਤੇ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਕਰਦੀ ਜਾ ਰਹੀ ਹੈ। ਫਿਰ ਤੁਸੀਂ ਨਸਲਕੁਸ਼ੀ ਵਾਲਾ ਠੱਪਾ ਕੱਲਾ ਇੱਕ ਪਾਰਟੀ ਦੇ ਉੱਪਰ ਲਾ ਕੇ ਇਹਨਾਂ ਨੂੰ ਤੁਸੀਂ ਦੋਸ਼ ਮੁਕਤ ਕਿੱਦਾਂ ਕਰ ਸਕਦੇ ਹੋ? ਤੁਹਾਨੂੰ ਲੱਗਦਾ ਕਿ ਸਿੱਖ ਤੁਹਾਡੀਆਂ ਇਹਨਾਂ ਗੱਲਾਂ ਨੂੰ ਮੰਨ ਲੈਣਗੇ ਤੇ ਸਿੱਖ ਕੱਲਾ ਇਹ ਮੰਨ ਲੈਣਗੇ ਕਿ ਸਾਡੀ ਦੁਸ਼ਮਣ ਜਮਾਤ ਕੇਵਲ ਕਾਂਗਰਸ ਹੋਆ, ਬੀਜੇਪੀ ਨਹੀਂ? ਤੁਹਾਨੂੰ ਲੱਗਦਾ ਕਿ ਤੁਸੀਂ ਇਦਾਂ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਸਿੱਖ ਤੁਹਾਡੀਆਂ ਗੱਲਾਂ ਵਿੱਚ ਆ ਜਾਣਗੇ? ਤੇ ਜੇ ਲੱਗਦਾ ਇਦਾਂ ਤਾਂ ਤੁਸੀਂ ਥੋੜਾ ਜਿਹਾ ਖੋਲ ਕੇ ਦੱਸ ਦਿਓ ਕਿ ਸਿੱਖਾਂ ਨੂੰ ਤੁਹਾਡੀਆਂ ਇਹਨਾਂ ਗੱਲਾਂ ਵਿੱਚ ਕਿਉਂ ਆ ਜਾਣਾ ਚਾਹੀਦਾ। ਹੁਣ 550 ਸਾਲਾ ਪ੍ਰਕਾਸ਼ ਪੁਰਬ ਤੇ ਸਨ 2019 ਨੂੰ ਹੁਣ ਜੇ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ, ਉਹਨਾਂ ਨੇ ਜੇ ਐਲਾਨ ਕੀਤਾ ਸੀਗਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਰਿਹਾ ਕਰਤੇ ਜਾਣਗੇ, ਤਾਂ ਹੁਣ ਤੱਕ ਕਰਤੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਜਿਹੜੇ ਬਾਕੀ ਗੁਰੂ ਪਿਆਰੇ ਸਿੰਘ ਵੱਖ-ਵੱਖ ਜ਼ਿਲ੍ਹਿਆਂ 'ਚ ਬੰਦ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ, ਉਹਨਾਂ ਨੇ ਕਰਤੇ। ਆਹੋ ਹਲੇ ਇਲੈਕਸ਼ਨ ਮੂਹਰੇ ਸਿਰ ਤੇ ਆਣ ਖੜੇ ਆ, ਹਲੇ ਤਦ ਵੀ ਨਹੀਂ ਕੀਤੇ ਹੈਗੇ ਉਹਨਾਂ ਨੇ। ਫਿਰ ਤੁਸੀਂ ਗਲ ਦੇ ਵਿੱਚ ਉਹਨਾਂ ਦੇ ਸਰੋਪਾ ਪਾਇਆ। ਕਿਸਾਨੀ ਸੰਘਰਸ਼ਾ ਨਵਾਂ ਤੁਹਾਡੇ ਸਾਹਮਣੇ ਚੱਲ ਕੇ ਹਟਿਆ, 750 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਚਲੇ ਗਈਆਂ। ਕਿੰਨਾ ਲੰਬਾ ਸੰਘਰਸ਼ ਤੁਸੀਂ ਕੀਤਾ, ਕਿੰਨਾ ਸਰਮਾਇਆ ਤੁਹਾਡਾ ਲੱਗਾ, ਕਿੰਨੀ એનર્ਜੀ ਤੁਹਾਡੀ ਉੱਥੇ ਲੱਗੀ ਆ ਤਾਜ਼ਾ ਸਾਰਾ ਕੁਝ ਤੁਸੀਂ ਝੱਲ ਕੇ ਹਟੇ ਹੋ। ਔਰ ਫਿਰ ਵੀ ਤੁਸੀਂ ਐਂ ਕਰ ਰਹੇ ਹੋ ਕਿ ਨਹੀਂ ਫਲਾਨੀ ਤੇਰੀ ਜ਼ਿੰਮੇਵਾਰ ਵਾ, ਇਹ ਠੀਕ ਠਾਕ ਨੇ। ਤੁਸੀਂ ਉਹਨਾਂ ਦੇ ਗੋਡੇ ਨਾਲ ਗੋਡਾ ਜੋੜ ਕੇ ਜਦੋਂ ਤੁਸੀਂ ਬਹਿੰਦੇ ਹੋ, ਫਿਰ ਤੁਸੀਂ ਜਿਹੜੀ ਗੱਲ ਕਰਦੇ ਹੋ ਕਿ ਕੱਲੀ ਇੱਕ ਧਿਰ, ਬਾਕੀ ਧਿਰਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਵਿੱਚ ਤੁਸੀਂ ਇਹਨਾਂ ਨੂੰ, ਹੁਣ ਚਲੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਇੱਦਾਂ ਖੁੱਲ੍ਹੇਆਮ ਜਵਾਬ ਦਿਓ, ਤੁਸੀਂ ਆਪਣੇ ਫੇਸਬੁੱਕ ਪੇਜ ਦੇ ਉੱਪਰ ਲਿਖ ਦਿਓ ਸਾਰਾ ਕੁਝ। ਤੁਸੀਂ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ ਉਹਨਾਂ ਨੂੰ ਤੇ ਤੁਸੀਂ ਦੱਸ ਦਿਓ। ਕਾਂਗਰਸ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਇਹਨਾਂ ਦੀ ਪਾਰਟੀ ਹੈਗੀ ਆ ਬੀਜੇਪੀ, ਆਰਐਸਐਸ ਜਾਂ ਇਹਨਾਂ ਦੇ ਏਜੰਡੇ ਆ, ਕੀ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਹ ਵੀ ਤਾਂ ਤੁਹਾਡੀ ਅੱਡਰੀ ਤੇ ਨਿਆਰੀ ਹੋਂਦ ਹਸਤੀ ਨੂੰ ਨਿਗਲ ਜਾਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੀ ਤਾਂ ਬੈਠੇ ਆ। ਉਹ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ। ਜਿਹੜੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਬੱਚਿਆਂ ਨੂੰ ਜੋ ਕੁਝ ਪੜ੍ਹਾਇਆ ਜਾ ਰਿਹਾ, ਤੁਸੀਂ ਉਹਦੇ ਬਾਰੇ ਕਦੀ ਮੂੰਹ ਖੋਲ੍ਹਦੇ ਹੋ? ਤੁਹਾਨੂੰ ਲੱਗਦਾ ਕਿ ਜਦੋਂ ਸਾਡੇ ਬੱਚੇ ਸਕੂਲਾਂ 'ਚ ਉਹ ਪੜ੍ਹਨਗੇ, +2 ਦੀ ਕਿਤਾਬ ਦੇ ਵਿੱਚ ਪੜ੍ਹਾਇਆ ਜਾ ਰਿਹਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਵੱਖਰਾ ਧਰਮ ਨਹੀਂ ਸੀ ਚਲਾਇਆ, ਤੁਹਾਨੂੰ ਪ੍ਰਵਾਨ ਹੈ? ਤੁਸੀਂ ਕਦੀ ਮੂੰਹ ਖੋਲ੍ਹਿਆ ਉਹਦੇ ਸੰਬੰਧ ਵਿੱਚ? ਉਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਜੋ ਕੁਝ ਪੜ੍ਹਾਇਆ ਜਾ ਰਿਹਾ, ਤੁਹਾਡੇ ਬੱਚਿਆਂ ਨੂੰ ਤਾਂ ਲੱਗਿਆ ਨਹੀਂ ਕਰਨਾ ਕਿ ਸਿੱਖ ਇੱਕ ਵੱਖਰਾ ਧਰਮ ਹੈ। ਉਹਦੇ ਬਾਰੇ ਤੁਹਾਨੂੰ ਕਿੰਨੀ ਕੁ ਚਿੰਤਾ ਆ? ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਆਹ ਜ਼ਿੰਮੇਵਾਰ ਨਹੀਂ ਹੈਗੇ ਜਿਹੜੇ ਤੁਹਾਡੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਨੇ, ਜਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਗੋਡੇ ਨਾਲ ਗੋਡਾ ਜੋੜ ਕੇ ਬਹਾ ਲਿਆ ਔਰ ਜਿਨ੍ਹਾਂ ਦੇ ਗਲ ਦੇ ਵਿੱਚ ਤੁਸੀਂ ਸਰੋਪਾ ਪਾਇਆ? ਕੱਲ ਪੰਜਾਬ ਦੇ ਲੋਕ ਸਿੱਖ ਤੁਹਾਨੂੰ ਸਵਾਲ ਕਰਦੇ ਆ। ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ, ਇੱਕ ਸਿੱਖ ਪੱਤਰਕਾਰ ਹੋਣ ਦੇ ਨਾਤੇ
ਉਹਨਾਂ ਸਿੱਖਾਂ ਦੇ ਵੱਲੋਂ ਜਿਹੜੇ ਸਿੱਖ ਤੁਹਾਡੇ ਤੋਂ ਖਫਾ ਨੇ, ਤੁਹਾਡੇ ਕੀਤੇ ਜਾ ਰਹੇ ਕੰਮਾਂ ਤੋਂ ਖਫਾ ਨੇ, ਤੁਹਾਡੇ ਵੱਲੋਂ ਜਿਹੜੇ ਫੈਸਲੇ ਲਏ ਜਾਂਦੇ ਨੇ ਜਾਂ ਜਿਸ ਕਿਸਮ ਦਾ ਤੁਸੀਂ ਰੋਲ ਨਿਭਾ ਰਹੇ ਹੋ ਅੱਜ ਕੱਲ੍ਹ, ਮੈਂ ਉਹਨਾਂ ਵੱਲੋਂ ਤੁਹਾਡੇ ਮੂਹਰੇ ਸਵਾਲ ਰੱਖਣਾ ਚਾਹੁੰਦਾ। ਮੈਂ ਉਮੀਦ ਕਰਦਾ ਕਿ ਤੁਸੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਿਓ। ਹੁਣ ਜਿਹੜੀ ਉਹ ਗੱਲ ਕਰਦੇ ਆ ਪੰਜਾਬ ਦੀ ਵੀ ਨਾਲ ਗੱਲ ਕਰ ਲੈਂਦੇ ਆ। ਪੰਜਾਬ ਦੇ ਵਿੱਚੋਂ ਨਸ਼ਾ, ਹੁਣ ਨਸ਼ਾ ਜੇ ਕਹਿੰਦੇ ਕਿ ਉਧਰ ਫਲਾਣੇ ਮੁਲਕ ਤੋਂ ਆਉਂਦਾ, ਹੁਣ ਉਧਰਲੇ ਮੁਲਕ ਤੋਂ ਜਿਹੜਾ ਨਸ਼ਾ ਇੱਧਰ ਆਉਂਦਾ ਹੈਗਾ ਉਹਦੀ ਰੋਕਥਾਮ ਕਿਹਨੇ ਕਰਨੀ ਆ ਭਲਾ? ਉਹਦੇ ਵਿੱਚ ਤਾਂ ਪੰਜਾਬ ਦੀ ਗਵਰਨਮੈਂਟ ਦਾ ਵੀ ਕੋਈ, ਉਹ ਤਾਂ ਕੇਂਦਰ ਸਰਕਾਰ ਦੇ ਸਿੱਧਾ ਅਧੀਨ ਹੁੰਦੇ ਆ ਬਾਰਡਰ, ਤੁਹਾਨੂੰ ਵੀ ਪਤਾ। ਹੁਣ ਪਹਿਲਾਂ 15 ਫੁੱਟ ਸੀਗੇ, ਉਹ 35 ਫੁੱਟ ਹੋਰ ਵਧਾ ਕੇ 50 ਫੁੱਟ ਦਾ ਏਰੀਆ ਕਰ ਦਿੱਤਾ। ਹੁਣ ਤਾਂ ਬਾਰਡਰ ਸਿਕਿਉਰਿਟੀ ਫੋਰਸ ਦੇ ਅੰਡਰ ਵਾ, ਔਰ ਬਾਰਡਰ ਸਿਕਿਉਰਿਟੀ ਫੋਰਸ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ। ਸੋ ਉਹਦੇ ਲਈ ਵੀ ਸਿੱਧੇ ਜ਼ਿੰਮੇਵਾਰ ਤਾਂ ਉਹੀ ਨੇ, ਕੇਂਦਰ ਸਰਕਾਰ ਵਾਲੇ। ਜੇ ਉਹਨਾਂ ਨੇ ਰੋਕਣਾ ਹੋਵੇ ਨਸ਼ਾ ਤਾਂ ਡਬਲ ਇੰਜਣ ਦੀ ਸਰਕਾਰ ਥੋੜੀ ਜ਼ਰੂਰੀ ਆ। ਇੱਕ ਇੰਜਣ ਜਿਹੜਾ ਉੱਪਰ ਹੈਗਾ ਹੀ ਆ ਉਹਨਾਂ ਦੇ ਕੰਟਰੋਲ 'ਚ ਆ ਬਾਰਡਰ ਸਿਕਿਉਰਿਟੀ ਫੋਰਸ, ਫਿਰ ਉਹ ਤੋਂ ਲੰਘ ਕੇ ਆਉਣ ਕਾਹਤੋਂ ਦਿੰਦੇ ਆ? ਇਹਦਾ ਮਤਲਬ ਤੁਹਾਨੂੰ ਬਲੈਕਮੇਲ ਕਰਦੇ ਆ ਉਹ ਵੀ ਉਹਨਾਂ ਚਿਰ ਅਸੀਂ ਲੰਘ ਕੇ ਆਉਣ ਦੇਣਾ ਹੀ ਆ ਜਿੰਨਾ ਚਿਰ ਸਾਡੀ ਸਰਕਾਰ ਇੱਥੇ ਪੰਜਾਬ 'ਚ ਬਣਾਉਣ 'ਚ ਤੁਸੀਂ ਯੋਗਦਾਨ ਨਹੀਂ ਪਾਉਂਦੇ। ਇਹਦਾ ਮਤਲਬ ਤੁਹਾਨੂੰ ਬਲੈਕਮੇਲ ਕਰਨਾ ਚਾਹੁੰਦੇ ਆ। ਤੁਸੀਂ ਬਲੈਕਮੇਲ ਹੋਣ ਨੂੰ ਤਿਆਰ ਹੋ ਵੀ ਜੇ ਸਾਡੀ ਸਰਕਾਰ ਇੱਥੇ ਵੀ ਡਬਲ ਇੰਜਣ ਲੱਗ ਗਿਆ ਇੱਧਰ ਵੀ, ਤਾਂ ਫਿਰ ਅਸੀਂ ਰੋਕ ਦਾਂਗੇ। ਉਹ ਵੀ ਕੋਈ ਗਰੰਟੀ ਨਹੀਂ ਹੈਗੀ ਕਿ ਰੋਕ ਦੇਣਗੇ। ਉਹ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈਗੀ ਕਿ ਰੋਕ ਦੇਣਗੇ, ਜਦੋਂ ਕਿ ਜੇ ਇੱਥੇ ਨਹੀਂ ਵੀ ਸਰਕਾਰ ਬਣਦੀ ਤਦ ਵੀ ਉਹਨਾਂ ਦਾ ਫਰਜ਼ ਬਣਦਾ ਆ, ਕਿਉਂਕਿ ਉਹ ਤਾਂ ਸਿੱਧਾ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਨਾ। ਬਾਰਡਰ ਤੋਂ ਲੰਘ ਕੇ ਜੇ ਨਸ਼ਾ ਆਉਂਦਾ ਤਾਂ ਕਾਹਤੋਂ ਨਹੀਂ ਫਿਰ ਰੋਕਦੇ ਉਹ? ਇਹ ਸਵਾਲ ਤੁਸੀਂ ਉਹਨਾਂ ਨੂੰ ਕੀਤਾ ਭਲਾ? ਸੋ ਇਹ ਜਥੇਦਾਰ ਜੀ ਸਵਾਲ ਤੁਹਾਨੂੰ ਕਰਨੇ ਬਣਦੇ ਸੀਗੇ ਉਹਨਾਂ ਨੂੰ, ਤੁਸੀਂ ਉਹਨਾਂ ਨੂੰ ਕਰ ਲੈਂਦੇ, ਖੁੱਲ੍ਹ ਕੇ ਕਰ ਲੈਂਦੇ, ਮੀਡੀਆ ਦੇ ਸਾਹਮਣੇ ਕਰ ਲੈਂਦੇ ਜਦੋਂ ਤੁਹਾਡੇ ਕੋਲ ਚੱਲ ਕੇ ਆਏ ਆ ਉਹ। ਪਰ ਤੁਸੀਂ ਉਹਨਾਂ ਦੇ ਗੱਲ ਵਿੱਚ ਸਰੋਪਾ ਪਾ ਕੇ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਤਾਂ ਸਮਝ ਤੋਂ ਬਾਹਰ ਵਾ। ਫਿਰ ਜਿਹੜੀ ਅਖੀਰ ਦੇ ਵਿੱਚ ਮੈਂ ਗੱਲ ਕਰਨੀ ਚਾਹੂੰਗਾ ਉਹ ਇਹ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ PhD ਕੀਤੀ, ਪੜ੍ਹੇ ਲਿਖੇ ਹੋ। ਮੈਂ ਤੇ ਇੱਕ ਮਾਮੂਲੀ ਜਿਹਾ ਪੱਤਰਕਾਰ ਐਵੇਂ ਅਨਪੜ੍ਹ ਜਿਹਾ, ਪਰ ਮੈਂ ਤੁਹਾਨੂੰ ਇੱਕ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਜਥੇਦਾਰ ਜੀ, ਜਿੰਨਾ ਕਿ ਮੈਂ ਹੁਣ ਤੱਕ ਨਾ ਸਮਝ ਪਾਇਆ ਹੈਗਾ, ਜਿੰਨੀ ਕਿ ਮੇਰੀ ਬੁੱਧੀ ਕੰਮ ਕਰਦੀ ਹੈ, ਹੋ ਸਕਦਾ ਮੈਂ ਬਿਲਕੁਲ ਹੀ ਗਲਤ ਹੋਵਾਂ, ਮੇਰੀ ਕਿਸੇ ਵੀ ਗੱਲ ਵਿੱਚ ਜਮਾਂ ਹੀ ਕੋਈ ਦਮ ਨਾ ਹੋਵੇ, ਪਰ ਮੈਨੂੰ ਇੰਨਾ ਕੁ ਜ਼ਰੂਰ ਲੱਗਦਾ ਹੈਗਾ, ਮੈਨੂੰ ਲੱਗਦਾ, ਬਾਕੀ ਉਹਨੂੰ ਪਤਾ ਨਹੀਂ ਲੱਗਦਾ ਹੋਊਗਾ ਕਿ ਨਹੀਂ, ਵੀ ਜਿੰਨਾ ਚਿਰ ਤੁਹਾਡਾ ਆਪਣਾ ਆਧਾਰ ਨਹੀਂ ਨਾ ਹੈਗਾ, ਇੱਥੇ ਕੋਈ ਕਿਸੇ ਦੀ ਬਾਤ ਬੂਤ ਨਹੀਂ ਪੁੱਛਦਾ ਹੈਗਾ। ਜੇ ਤੁਸੀਂ ਆਖੋ ਭਈ ਸਰਕਾਰਾਂ ਬਹੁਤ ਜ਼ਿਆਦਾ ਸਿਆਣੀਆਂ ਨੇ, ਬਹੁਤ ਜ਼ਿਆਦਾ ਅਕਲਮੰਦ ਨੇ, ਭਈ ਉਹ ਹਰ ਬੰਦਾ ਜਿਹੜਾ ਹੈਗਾ ਕੋਈ ਦੁਖੀ ਆ ਉਹਦਾ ਦੁੱਖ ਦਰਦ ਵੰਡਾਉਣ ਵਾਸਤੇ ਪੂਰੀ ਤਰ੍ਹਾਂ ਤਿਆਰ ਨਾ, ਇੱਦਾਂ ਦਾ ਕੁਛ ਨਹੀਂ ਹੈਗਾ। ਇੱਥੇ ਤਾਂ ਜਿਹੜੀ ਧਿਰ ਆਪਣਾ ਆਧਾਰ ਰੱਖਦੀ ਆ ਨਾ, ਉਹਦੇ ਨਾਲ ਭਾਈਵਾਲੀ ਪਾਈ ਜਾਂਦੀ ਆ, ਮੰਗਾਂ ਵੀ ਉਹਦੀਆਂ ਮੰਨੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਵਜ਼ਨ ਹੈਗਾ ਆ। ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਹਿਸਾਬ ਲਾ ਕੇ ਵੇਖੋ ਤਾਂ ਸਹੀ ਕਿ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਖਾਲਸੇ ਨੇ ਕਦੀ ਰਾਜ ਕੀਤਾ ਹੋਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਚੇਤੇ ਕਰ ਲਿਆ ਕਰੋ। ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਖਣਾ ਚਾਹੁੰਦਾ ਕਿ ਉਸ ਪਵਿੱਤਰ ਧਰਤੀ ਤੇ ਹੁਣ ਜਦੋਂ ਖਾਲਸਾ ਪੰਥ ਦੇ ਆਪਣੇ ਪੈਰ ਨਹੀਂ ਲੱਗ ਰਹੇ, ਤੁਸੀਂ ਦੱਸੋ ਤੁਹਾਡੇ ਲੱਗੇ ਹੋਏ ਆ ਭਲਾ ਪੈਰ? ਤੁਸੀਂ ਦੱਸ ਦਿਓ ਇੱਕ ਵਾਰੀ, ਤੁਹਾਡੇ ਪੈਰ ਲੱਗੇ ਹੋਏ ਆ ਪੰਜਾਬ ਦੇ ਵਿੱਚ? ਜੇ ਲੱਗੇ ਹੁੰਦੇ, ਜੇ ਤੁਹਾਨੂੰ ਲੱਗਦਾ ਕਿ ਕਾਂਗਰਸ ਹੀ ਇਕੱਲੀ ਮਾੜੀ ਹੈ, ਤਾਂ ਕਾਂਗਰਸ ਦੀ ਸਰਕਾਰ ਇੱਥੇ ਬਾਰ-ਬਾਰ ਕਿਉਂ ਆਉਂਦੀ ਰਹੀ ਫਿਰ? ਔਰ ਜਿੰਨੀ ਵਾਰੀ ਬਾਦਲਕਿਆਂ ਦੀ ਸਰਕਾਰ ਆਉਂਦੀ ਰਹੀ, ਉਸ ਵੇਲੇ ਸਿੱਖਾਂ ਦਾ ਘਾਣ ਕਾਹਤੋਂ ਹੁੰਦਾ ਰਿਹਾ ਫਿਰ ਭਲਾ? ਇਹਦਾ ਮਤਲਬ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆਪਣੇ ਪੰਥ ਦੇ ਪੈਰ ਜਥੇਦਾਰ ਜੀ ਤੁਹਾਡੇ ਇੱਥੇ ਧਰਤੀ ਦੇ ਉੱਪਰ ਨਹੀਂ ਲੱਗੇ ਹੋਏ, ਔਰ ਜਦੋਂ ਤੁਹਾਡੇ ਆਪਣਾ ਆਧਾਰ ਹੀ ਨਹੀਂ ਹੈਗਾ, ਆਪਣੇ ਘਰ ਦੇ ਵਿੱਚ ਹੀ ਆਧਾਰ ਹੈ ਨਹੀਂ, ਤਾਂ ਉਹ ਤੁਹਾਡੀ ਗੱਲਬਾਤ ਨਹੀਂ ਸੁਣਨਗੇ, ਨਹੀਂ ਸੁਣਨੀ ਉਹਨਾਂ ਨੇ ਤੁਹਾਡੀ ਗੱਲਬਾਤ। ਆਪਣੇ ਪੈਰ ਲੱਗੇ ਹੋਣ, ਤੁਸੀਂ ਇਹਦਾ ਵੱਜਵੇਂ ਰੂਪ ਦੇ ਵਿੱਚ ਖੜੇ ਹੋਵੋ, ਫਿਰ ਤੁਸੀਂ ਉਹਨਾਂ ਦੇ ਮੂਹਰੇ ਕੋਈ ਡਿਮਾਂਡ ਰੱਖੋ, ਤਾਂ ਡਿਮਾਂਡ ਮੰਗੀ ਜਾਣੀ ਆ। ਜੇ ਤੁਸੀਂ ਆਖੋ ਕਿ ਇਦਾਂ ਲਿਟ ਕੇ ਇਦਾਂ, ਕੋਈ ਨਹੀਂ ਮੰਨਦਾ ਇੱਥੇ, ਕੋਈ ਵੀ ਨਹੀਂ ਮੰਨਦਾ ਇੱਥੇ। ਮੈਂ ਤਾਂ ਇੱਕ ਵਾਰੀ ਸੋਚਦਾ ਹੂੰ ਉਹ ਤੁਹਾਡੇ ਕੋਲ ਅਮਿਤ ਸ਼ਾਹ ਹੁਣੀ ਆ ਪਤਾ ਨਹੀਂ ਕਾਹਤੋਂ ਗਏ ਜਾਂ ਕੀ ਦਿਲੋਂ ਦਿਮਾਗਾਂ 'ਚ ਚੱਲਦਾ, ਉਹ ਨਾ ਵੀ ਆਉਣ ਤੇ ਤਦ ਵੀ ਮੈਨੂੰ ਲੱਗਦਾ ਸਰੀ ਜਾਂਦਾ ਹੈ ਉਹਨਾਂ ਦਾ। ਆਪਣਾ ਆਧਾਰ ਆਪਣੇ ਪੰਜਾਬ ਦੀ ਧਰਤੀ ਤੋਂ ਖਤਮ ਕਰਵਾ ਬੈਠੇ ਹੋ ਤੁਸੀਂ, ਜਾਂ ਕਰ ਬੈਠੇ ਹੋ, ਜਾਂ ਕਰਵਾ ਬੈਠੇ ਹੋ ਤੁਸੀਂ। ਮੈਂ ਉਮੀਦ ਕਰਦਾ ਕਿ ਤੁਸੀਂ ਜ਼ਰੂਰ ਇਸ ਬੰਨੇ ਨੂੰ ਧਿਆਨ ਕਰੋ। ਜੇ ਉਹ ਨਹੀਂ ਕਰਦੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ, ਤਾਂ ਮੈਂ ਖਾਲਸਾ ਪੰਥ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰੂ ਪਿਆਰੇ ਖਾਲਸਾ ਜੀਓ, ਪੰਜਾਬ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਜਿਹੜੀਆਂ ਪੰਥਕ ਧਿਰਾਂ ਪੰਥਕ ਮਖੌਟੇ ਪਾ ਕੇ ਵੀ ਵਰਕ ਕਰ ਰਹੀਆਂ ਨੇ, ਚਾਹੇ ਕੋਈ ਵੀ ਹੋਵੇ, ਤੁਸੀਂ ਉਹਨਾਂ ਦੀ ਪਹਿਚਾਣ ਕਰੋ। ਇੱਕ ਅਕਾਲ ਪੁਰਖ ਦੇ ਪੁਜਾਰੀ ਬਣ ਕੇ, ਸਿੱਖ ਰਵਾਇਤਾਂ ਤੋਂ ਸੇਧ ਲੈ ਕੇ, ਸਿੱਖ ਇਤਿਹਾਸ ਤੋਂ ਸੇਧ ਲੈ ਕੇ, ਉਹਨਾਂ ਜਰਨੈਲਾਂ ਤੋਂ ਸੇਧ ਲੈ ਕੇ, ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗਿਆਂ ਤੋਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗਿਆਂ ਤੋਂ, ਹਰੀ ਸਿੰਘ ਨਲੂਏ ਵਰਗੇ ਜਰਨੈਲਾਂ ਤੋਂ ਸੇਧ ਲੈ ਕੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਰਗੇ ਜਰਨੈਲਾਂ ਤੋਂ ਸੇਧ ਲੈ ਕੇ ਤੁਸੀਂ ਸੋਚੋ। ਪੰਜਾਬ ਦੀ ਜਿਹੜੀ ਨਵੀਂ ਲੀਡਰਸ਼ਿਪ ਆ ਨੌਜਵਾਨਾਂ ਦੀ, ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ, ਤੁਸੀਂ ਉਹਨਾਂ ਤੋਂ ਸੇਧ ਲੈ ਕੇ, ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਧਰਤੀ ਦੇ ਉੱਪਰ ਆਪਣਾ ਆਧਾਰ ਕਾਇਮ ਕਰਨ ਦੀ ਕੋਸ਼ਿਸ਼ ਕਰੋ।
ਆਪਣਾ ਆਧਾਰ ਤੁਹਾਡਾ ਕਾਇਮ ਹੋਊਗਾ ਤਾਂ ਤੁਹਾਨੂੰ ਉਹ ਪੁੱਛਣਗੇ ਵੀ ਦੱਸੋ ਜੀ ਅਸੀਂ ਮਾੜਾ ਮੋਟਾ ਤੁਹਾਡੇ ਧਰਤੀ ਤੇ ਆਉਣਾ ਚਾਹੁੰਦੇ ਹਾਂ, ਆਪਣੇ ਗਲ 'ਚ ਸਰੋਪਾ ਪਵਾਉਣਾ ਚਾਹੁੰਦੇ ਹਾਂ, ਤੁਹਾਡੇ ਕੋਲੋਂ ਚਾਹੁੰਦੇ ਹਾਂ ਅਸੀਂ ਤੁਹਾਡੀ ਬਖਸ਼ਿਸ਼ ਲੈਣੀ ਮਾੜੀ ਮੋਟੀ, ਅਸੀਂ ਤੁਹਾਡੇ ਕੋਲੋਂ ਸਤਿਕਾਰ ਮਾੜਾ ਮੋਟਾ ਲੈਣਾ ਚਾਹੁੰਦੇ ਹਾਂ, ਦੱਸੋ ਬਦਲੇ 'ਚ ਅਸੀਂ ਤੁਸੀਂ ਕੀ ਆ ਉਮੀਦ ਕਰਦੇ ਹੋ। ਤਾਂ ਹੋਣਾ ਇੱਦਾਂ, ਉੱਦਾਂ ਕੁਛ ਵੀ ਨਹੀਂ ਹੋਣਾ ਹੈਗਾ। ਅੱਜ ਜਿੰਨੇ ਮਰਜ਼ੀ ਤੁਸੀਂ ਆ ਸਾਰਾ ਕੁਛ ਕਰੀ ਚੱਲੋ। ਮੈਂ ਉਮੀਦ ਕਰਦਾ ਕਿ ਖਾਲਸਾ ਪੰਥ ਜ਼ਰੂਰ ਜਿਹੜੀ ਨਵੀਂ ਲੀਡਰਸ਼ਿਪ ਆ ਜ਼ਰੂਰ ਇਸ ਬੰਨੇ ਧਿਆਨ ਕਰੂੰਗੀ, ਵਰਨਾ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਪਰ ਇੱਕ ਗੱਲ ਜ਼ਰੂਰ ਹੈਗੀ ਆ, ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਵੀ ਰੱਖਣ ਦੀ ਜ਼ਰੂਰਤ ਹੈ। ਜੇ ਦਿਨ ਚੰਗੇ ਨਹੀਂ ਰਹੇ ਤਾਂ ਮਾੜੇ ਵੀ ਆ ਗਏ ਨਾ ਜੀ। ਹੁਣ ਜੇ ਮਾੜੇ ਵੀ ਆ ਗਏ ਤਾਂ ਮਾੜਿਆਂ ਦੀ ਵੀ ਰਾਤ ਪੈਣੀ ਹੈ, ਉਸ ਤੋਂ ਬਾਅਦ ਫਿਰ ਦਿਨ ਵੀ ਜ਼ਰੂਰ ਚੜੂਗਾ। ਅਖੀਰ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੂੰਗਾ, ਕਈ ਵਾਰ ਕਈ ਸੱਜਣ ਇਹ ਗੱਲ ਕਹਿੰਦੇ ਆ ਕਿ ਦੇਰ ਆਏ ਦਰੁਸਤ ਆਏ। ਚਲੋ ਜੀ, ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਨੂੰ ਵਾਪਸ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਮੈਂ ਬੇਨਤੀ ਕਰਾਂ, ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਾਵੇ ਨਾ ਘਰੇ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਇਹ ਗੱਲ ਮੈਂ ਵੀ ਮੰਨਦਾ, ਪਰ ਮੈਂ ਇਹ ਗੱਲ ਕਹਿਣਾ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਨਾ ਆਵੇ, ਮੁੜ ਕੇ ਸਾਰੀ ਰਾਤ ਬਾਹਰ ਲੰਘਾ ਕੇ ਆਵੇ, ਤੜਕੇ ਜੇ ਮੂੰਹ ਨੇਰੇ ਫਿਰ ਅੰਦਰ ਘਰ ਵੜਨ ਦੀ ਕੋਸ਼ਿਸ਼ ਕਰੇ ਨਾ, ਤਾਂ ਉਹਦੇ ਤੋਂ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਆ। ਉਹ ਭੁੱਲਿਆ ਨਹੀਂ ਹੁੰਦਾ, ਉਹ ਸਾਰੀ ਰਾਤ ਪਤਾ ਨਹੀਂ ਕਿੱਥੇ ਬਿਤਾ ਕੇ ਆਇਆ ਹੈਗਾ ਉਹ। ਸੋ ਉਹਦਾ ਖੁਰਾ ਖੋਜ ਲੱਭਣ ਦੀ ਲੋੜ ਹੁੰਦੀ ਆ ਵੀ ਸਾਰੀ ਰਾਤ ਬਿਤਾਈ ਕਿੱਥੇ ਆ ਇਹਨੇ, ਕਿਹਨਾਂ ਲੋਕਾਂ ਨਾਲ ਗੰਢ ਧੁੱਪ ਕੀਤੀ ਆ ਤੇ ਕੀ ਚੰਦ ਚੜ੍ਹ ਕੇ ਆਇਆ ਇਹ। ਹਾਂ, ਫੇਰ ਨਹੀਂ ਛੇਤੀ ਭਰੋਸਾ ਨਹੀਂ ਕਰ ਲਈਦਾ ਹੁੰਦਾ। ਸੁਚੇਤ ਰਹੀਏ, ਸਤਰਕ ਰਹੀਏ, ਤਾਂ ਆਪਣੇ ਪੈਰ ਪੰਜਾਬ ਦੀ ਧਰਤੀ ਦੇ ਉੱਪਰ ਵੱਜਣੇ ਆ। ਵਰਨਾ ਉਹਨਾਂ ਦੇ ਜਿਹੜੇ ਏਜੰਡੇ ਹੈਗੇ ਨੇ, ਹਿੰਦੂ, ਹਿੰਦੀ ਔਰ ਹਿੰਦੁਸਤਾਨ, ਉਹਨਾਂ ਨੇ ਆਪਦੀ ਸਰਕਾਰ ਬਣਾਉਣੀ ਆ ਵੀ ਕਿੱਦਾਂ ਬਣਾਉਣੀ ਹੈ। ਇੰਨਾ ਕੁਛ ਕਰਕੇ ਕਿਸਾਨਾਂ ਦਾ ਸੰਘਰਸ਼, ਇੰਨੀਆਂ ਗੱਡੀਆਂ ਚਾੜ ਦਿੱਤੀਆਂ, ਇੰਨਾ ਕੁਛ ਕਰਨ ਤੋਂ ਬਾਅਦ ਵੀ ਜੇ ਉਹ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਆਪਣਾ ਆਧਾਰ ਬਣਾ ਕੇ ਸਾਡੇ ਪੱਗਾਂ ਵਾਲੇ ਸਰਦਾਰਾਂ ਨੂੰ ਆਪਣੀ ਪਾਰਟੀ ਵਿੱਚ ਅਗਲਿਆਂ ਨੇ ਸ਼ਾਮਲ ਕਰ ਲਿਆ, ਜਿਹੜੇ ਕੱਲ ਤੱਕ ਇੱਦਾਂ ਅਸੀਂ ਅਕਾਲੀ, ਵੀ ਆਰ ਪ੍ਰਾਊਡ ਟੂ ਬੀ ਅਕਾਲੀ ਇੱਦਾਂ ਕਹਿੰਦੇ ਹੁੰਦੇ ਸੀਗੇ, ਉਹ ਵੀ ਇਹਨਾਂ ਦੀਆਂ ਪਾਰਟੀਆਂ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ। ਹੁਣ ਜੇ ਉਹਨਾਂ ਨੂੰ ਲੱਗਦਾ ਕਿ ਇੱਦਾਂ ਕਰਕੇ ਸ਼ਾਇਦ ਅਸੀਂ ਕੋਈ ਫਾਇਦਾ ਲੈ ਜਾਣਾ ਹੈਗਾ, ਤੁਸੀਂ ਕੁਝ ਨਹੀਂ, ਉਹ ਤਾਂ ਤੁਹਾਡੇ ਸਿਰਾਂ ਦੇ ਉੱਪਰ ਉਹਨਾਂ ਨੇ ਲੈਣਾ ਫਾਇਦਾ। ਕਿੱਦਾਂ ਸਰਕਾਰ ਬਣਾਉਣੀ ਆ ਉਹਨਾਂ ਨੇ। ਕੁਛ ਸੀਟਾਂ ਜੇ ਬੀਜੇਪੀ ਨੂੰ ਲੱਗਦਾ ਹੋਊਗਾ ਕਿ ਅਸੀਂ ਲੈ ਜਾਾਂਗੇ, ਕੁਛ ਇੱਦਾਂ ਤਖਤ ਅਕਾਲ ਤਖਤ ਦੇ ਉੱਪਰ ਆ ਕੇ ਜਿਹੜੇ ਇਹਨਾਂ ਦੇ ਸਪੋਰਟਰ ਵਾ, ਜਿਹਨਾਂ ਨੂੰ ਲੱਗਦਾ ਕਿ ਗਿਆਨੀ ਜੀ ਬਹੁਤ ਸਤਿਕਾਰਯੋਗ ਨੇ, ਜਿਹੜੇ ਉਹਨਾਂ ਦੇ ਕਰਕੇ ਇਹਨਾਂ ਨੂੰ ਵੋਟ ਪਾ ਦੇਣਗੇ, ਉਹ ਕੁਛ ਇਹ ਲੈ ਜਾਣਗੇ। ਕੱਲ ਨੂੰ ਅਕਾਲੀਆਂ ਦੇ ਨਾਲ ਵੀ ਸਾਂਝ ਪੈ ਜਾਊਗੀ, ਮਾੜੀਆਂ ਮੋਟੀਆਂ ਸੀਟਾਂ ਉਹ ਲੈ ਜਾਣਗੇ। ਬਾਕੀ ਆਹ ਢੀਂਡਸੇ ਹੋਰੀ ਹੋ ਗਏ, ਸੁਖਦੇਵ ਸਿੰਘ ਢੀਂਡਸਾ ਹੋਰੀ ਹੋ ਗਏ, ਜਾਂ ਹੋਰ ਕੈਪਟਨ ਅਮਰਿੰਦਰ ਸਿੰਘ ਹੋਰੀ ਹੋ ਗਏ, ਮਾੜਾ ਮੋਟਾ ਉਹਨਾਂ ਦਾ ਦਾ ਲੱਗ ਜੂਗਾ, ਪੰਜਾਬ ਦੇ ਲੋਕਾਂ ਨੇ ਲਵਾ ਦੂੰਗੇ ਜੇ, ਤਾਂ ਉਹ ਰਲ ਮਿਲ ਕੇ ਇੱਦਾਂ ਉਹ ਸਰਕਾਰਾਂ ਬਣਾ ਵੀ ਸਕਦੇ ਆ। ਜੇ ਤਦ ਵੀ ਨਾ ਗੱਲ ਬਣੀ ਤਾਂ ਰਹਿੰਦੀ ਖੁੰਦੀ ਜਿਹੜੀ ਕਸਰ ਹੈਗੀ ਆ ਉਹ ਫਿਰ ਆਮ ਆਦਮੀ ਪਾਰਟੀ, ਝਾੜੂ ਵਾਲੇ ਆ, ਉਹਨਾਂ ਨੇ ਪੂਰੀ ਕਰ ਦੇਣੀ ਆ। ਉਹ ਕਰਕੇ ਇੱਦਾਂ ਕਰਕੇ ਵੀ ਸਰਕਾਰ ਬਣਾ ਸਕਦੇ ਆ। ਉਹ ਇੱਕ ਹੋ ਗਈ ਸਰਕਾਰ ਬਣਾਉਣ ਦੀ ਗੱਲ, ਰਾਜਨੀਤਿਕ ਗੱਲ ਹੋ ਗਈ। ਆ ਜਿਹੜੀ ਭਾਰਤ ਦੀ ਰਾਜਨੀਤੀ ਆ ਉਹਦੀ ਗੱਲ ਹੋ ਗਈ। ਜਿਹੜੀ ਸਿੱਖ ਰਾਜਨੀਤੀ ਆ ਉਹ ਕਿੱਥੇ ਖੜੀ ਆ? ਕਿ ਇਸ ਸਾਰੇ ਕਾਸੇ ਦੇ ਵਿੱਚੋਂ ਸਿੱਖ ਰਾਜਨੀਤੀ ਨਵੀਂ ਉੱਭਰਦੀ ਹੋਈ ਕਿਤੇ ਨਜ਼ਰੀ ਪੈਂਦੀ ਆ ਕਿਤੇ? ਉਹ ਕਿੱਦਾਂ ਨਜ਼ਰੀ ਪਾਉਂਗੀ? ਉਹਦੇ ਵੱਲੇ ਧਿਆਨ ਦੇਣ ਦੀ ਲੋੜ ਹੈ। ਨਵੀਂ ਅਤੇ ਨਰੋਈ ਸਿੱਖ ਨੌਜਵਾਨਾਂ ਦੀ ਲੀਡਰਸ਼ਿਪ ਦਾ ਉਭਾਰ ਹੋਵੇ ਔਰ ਸਿੱਖ ਰਾਜਨੀਤੀ ਜਿੱਦਾਂ ਦੇ ਰੂਪ ਦੇ ਵਿੱਚ ਉੱਭਰਨੀ ਚਾਹੀਦੀ ਹੈ, ਖਾਲਸਾਈ ਰੌ ਰੀਤਾਂ ਦੇ ਨਾਲ ਐਨ ਪੂਰੀ ਤਰ੍ਹਾਂ ਮਾਲਾ ਮਾਲ। ਕਾਸ਼ ਕਿਤੇ ਉਹ ਉੱਭਰਦੀ ਹੋਈ ਨਜ਼ਰ ਆਵੇ ਤਾਂ ਜਿਹੜੇ ਸਿੱਖ ਹਿਰਦੇ ਨੇ ਉਹਨਾਂ ਦੇ ਦਿਲਾਂ ਨੂੰ ਸਕੂਨ ਮਿਲਣਾ। ਤਾਂ ਜਿਨ੍ਹਾਂ ਨੇ ਕੌਮ ਦੀ ਆਨ ਬਾਨ ਅਤੇ ਸ਼ਾਨ ਦੀ ਖਾਤਰ, ਜਿਨ੍ਹਾਂ ਨੇ ਇੱਥੋਂ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜ਼ੁਲਮਾਂ ਦਾ ਟਾਕਰਾ ਕਰਦੇ ਹੋਇਆਂ ਸ਼ਹਾਦਤਾਂ ਦੇ ਜਾਮ ਪੀਤੇ ਨੇ, ਮੈਨੂੰ ਐਂ ਲੱਗਦਾ ਕਿ ਉਹਨਾਂ ਦੀਆਂ ਰੂਹਾਂ ਨੂੰ ਤਾਂ ਹੀ ਸ਼ਾਂਤੀ ਮਿਲਣੀ ਹੈ ਜੇ ਇੱਦਾਂ ਦੀ ਕੋਈ ਲੀਡਰਸ਼ਿਪ ਦਾ ਉਭਾਰ ਹੋਊਗਾ, ਜੇ ਪੰਜਾਬ ਦੀ ਧਰਤੀ ਦੇ ਉੱਪਰ ਖਾਲਸਾ ਪੰਥ ਦੀ ਆਪਣੀ ਪਕੜ ਮਜ਼ਬੂਤ ਹੋਊਗੀ, ਜੇ ਤਖਤ ਅਕਾਲ ਦੇ ਉੱਪਰ ਘੱਟੋ ਘੱਟ ਖਾਲਸਾ ਪੰਥ ਦੀ ਆਪਣੀ ਮਜ਼ਬੂਤੀ ਹੋਊਗੀ, ਤਦ ਸ਼ਾਂਤੀ ਮਿਲਣੀ ਆ। ਵਰਨਾ ਆ ਫਿਰ ਦੁੱਖਾਂ ਦੇ ਵਿੱਚੋਂ ਤੇ ਫਿਕਰਾਂ ਦੇ ਵਿੱਚੋਂ ਤਾਂ ਲੰਘ ਹੀ ਰਹੇ ਆ। ਬਹੁਤ ਬਹੁਤ ਧੰਨਵਾਦ।